प्रधानमंत्री ਨੂੰ ਬੇਨਤੀ ਕੀਤੀ ਗਈ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਉਸ ਸੁਨੇਹੇ ਦੀ ਪੂਰਤੀ ਲਈ ਆਪਾਂ ਵੱਲੋਂ ਮਾਰਚ ਕੀਤਾ ਗਿਆ। ਇਹਦੇ ਬਾਵਜੂਦ ਵੀ ਜਿਹੜੀ ਕੇਂਦਰ ਸਰਕਾਰ ਆ ਟਸ ਤੋਂ ਮਸ ਕਿਉਂ ਨਹੀਂ ਹੋ ਰਹੀ? ਕਿਤੇ ਲੱਗਦਾ ਹੈ ਕਿ ਬਹੁਤ ਵੱਡਾ ਖਲਾਅ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪੂਰਬ ਮੌਕੇ ਜਿਹੜਾ ਉਹਨਾਂ ਨੇ ਵੱਡਾ ਐਲਾਨ ਕੀਤਾ ਸੀ ਉਹਦੇ ਤੋਂ ਵੀ ਪਿੱਛੇ ਹਟ ਗਏ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੰਘ ਸਾਹਿਬ ਜੀ ਦਾ ਕਹਿਣਾ ਬਿਲਕੁਲ ਜਾਇਜ਼ ਹੈ। ਅਸੀਂ ਮਿੰਨੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਕਿ ਉੱਥੇ ਧਾਮੀ ਤੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਦੇ ਵਿੱਚ ਹੀ ਆਪਸ ਵਿੱਚ ਰੌਲਾ ਰੱਪਾ ਪੈ ਕੇ ਗੱਲ ਨਿਬੜ ਜਾਏਗੀ ਜਾਂ ਮਿੰਨੀ ਪਾਰਲੀਮੈਂਟ ਲਈ ਐਡਾ ਵੱਡਾ ਮੁੱਦਾ ਤੇ ਉੱਥੇ ਸਿੰਘ ਸਾਹਿਬ ਖੁਦ ਵੀ ਬੈਠੇ ਆ, ਕੀ ਕਹੋਗੇ? ਜਥੇਦਾਰ ਸਾਹਿਬ ਦੇ ਸੁਨੇਹਿਆਂ ਨੂੰ ਹੁਣ ਕੋਈ ਬਹੁਤਾ ਸੀਰੀਅਸਲੀ ਲੈਂਦਾ ਨਹੀਂ ਕਿਉਂਕਿ ਉਹ ਕਹਿੰਦੇ ਕੋਸ਼ਿਸ਼ ਕਰਦੇ ਪਏ ਕੁਝ ਦਿਨਾਂ ਤੱਕ ਜਨ ਹਾਊਸ ਹੋ ਰਿਹਾ ਹੈ, ਫਿਰ ਕੀ ਹੈ ਸੁਨੇਹੇ ਤੱਕ ਹੀ ਰਹਿ ਜਾਏਗਾ। ਜਨ ਹਾਊਸ ਜਿਹੜਾ ਹੈਗਾ ਸਿਰਫ ਉੱਥੇ ਜਿਹੜਾ ਹੈਗਾ ਮੁਬਾਰਕਬਾਦ ਦੇ ਕੇ ਤੇ ਪ੍ਰਧਾਨਗੀਆਂ ਇੱਕ ਦੂਜੇ ਨੂੰ ਲੈ ਦੇ ਕੇ ਉੱਠ ਕੇ ਚਲਾ ਜਾਏਗਾ। ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਹੈ ਨਾ, ਇਹ ਕੋਈ ਸਿੱਖ ਨਹੀਂ ਚਾਹੁੰਦਾ ਵੀ ਉਹ ਜੇਲ੍ਹਾਂ ਤੋਂ ਬਾਹਰ ਨਾ ਆਉਣ। ਦੋ ਸਰਕਾਰਾਂ ਉਹਨਾਂ ਲੋਕਾਂ ਦੀਆਂ ਵੀ ਆ ਰਹੀਆਂ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਕਿਹਾ ਜਾਂਦਾ ਹੈ, ਜਿਨ੍ਹਾਂ ਦੀਆਂ ਚਿੱਠੀਆਂ ਦੇ ਨਾਲ ਜਾਂ ਜਿਨ੍ਹਾਂ ਦੇ ਸੈਨਾਂ ਦੇ ਨਾਲ ਇਹਨਾਂ ਦੀਆਂ ਸਜ਼ਾਵਾਂ ਮਾਫ ਵੀ ਹੋ ਸਕਦੀਆਂ ਸੀ ਤੇ ਇਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਆ ਸਕਦੇ ਸੀ। ਸਾਡੀ ਸਭ ਤੋਂ ਵੱਡੀ ਬਦਕਿਸਮਤੀ ਲਾ ਲਓ ਜਾਂ ਸਿੱਖ ਕੌਮ ਦੀ ਲਾ ਲਓ ਕਿ ਇਹਨਾਂ ਬਾਦਲ ਪਰਿਵਾਰ ਦੇ ਕਾਰਨ ਹੀ ਇਹ ਬੰਦੀ ਸਿੰਘ ਅੱਜ ਤੱਕ ਜੇਲ੍ਹਾਂ ਦੇ ਵਿੱਚੋਂ ਨਹੀਂ ਨਿਕਲ ਸਕੇ। ਬਹੁਤ ਵਾਰ ਅਜਿਹੀਆਂ ਖਬਰਾਂ ਵੀ ਨਸ਼ਰ ਹੋਈਆਂ, ਅਖਬਾਰਾਂ ਵਿੱਚ ਵੀ ਹੋਈਆਂ। ਜਦੋਂ ਸਾਰਾ ਹੀ ਇਜਲਾਸ ਤੁਰੰਤ ਰਿਜ਼ਾਈਨ ਕਰੇਗਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਕਹਿਣਗੇ ਕਿ ਭਾਈ ਤੁਸੀਂ ਸਾਰਾ ਹੀ ਮੌਜੂਦਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਰਿਜ਼ਾਈਨ ਕਰੋ, ਤਾਂ ਆਟੋਮੈਟਿਕ ਹੀ ਚੋਣਾਂ ਹੋਣਗੀਆਂ। ਇਹ ਸਭ ਤੋਂ ਵੱਡਾ ਅੱਜ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਵਿੱਚੋਂ ਜਿਹੜੀਆਂ ਚੁਣੌਤੀਆਂ ਮਿਲੀਆਂ ਇਹ ਪਿਛਲੇ ਸਮੇਂ ਵਿੱਚ ਜੋ ਸਿੱਖ ਕੌਮ ਦੇ ਨਾਲ ਉਹਨਾਂ ਨੇ ਧਰੋ ਕਮਾਇਆ, ਅਜਿਹੀਆਂ ਚੁਣੌਤੀਆਂ ਉਹਨਾਂ ਨੂੰ ਹੋਰ ਮਿਲਦੀਆਂ ਰਹਿਣਗੀਆਂ। ਇਹਨਾਂ ਦੇ ਉਸ ਵੇਲੇ ਦੇ ਵੱਡੇ ਆਗੂ ਸਨ ਪੰਥ ਰਤਨ ਆਪਣਾ ਪ੍ਰਕਾਸ਼ ਸਿੰਘ ਬਾਦਲ, ਉਹ ਕਹਿੰਦੇ ਸੀ ਮੈਂ ਅੱਗ ਲਾ ਕੇ ਮਰ ਜਾਊਂਗਾ ਜੇ ਕਮੇਟੀ ਬਣੀ, ਤੇ ਅੱਜ ਕਮੇਟੀ ਬਣ ਗਈ ਹੈ, ਸਾਰੀ ਪਬਲਿਕ ਉੱਥੇ ਹੀ ਹੈ। ਉਹਨਾਂ ਦਾ ਇੱਕ ਬਿਆਨ ਵੀ ਨਹੀਂ ਆਇਆ ਕਿ ਬਹੁਤ ਮਾੜਾ ਹੋਇਆ। ਜੇ ਅੱਜ ਅਸਤੀਫੇ ਦੇ ਦੇਣ, ਚੋਣ ਹੋ ਜਾਏ ਤਾਂ ਇਹਨਾਂ ਦਾ ਤਾਂ ਗਲਬਾ ਖਤਮ ਹੋ ਜਾਏਗਾ। ਉਹ ਛੱਡਣਾ ਨਹੀਂ ਚਾਹੁੰਦੇ। ਗੱਲ ਤਾਂ ਸਾਰੀ ਉੱਥੋਂ ਨਿਕਲ ਰਹੀ ਹੈ ਕਿ ਵੀ ਇਹ ਜਦੋਂ ਛੱਡਣਾ ਹੀ ਨਹੀਂ ਚਾਹੁੰਦੇ, ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ, ਤੇ ਅਸਤੀਫਾ ਕਿਉਂ ਦੇਣਗੇ? ਚੀਫ ਜਥੇਦਾਰ ਸਾਹਿਬ ਇਹਨਾਂ ਦੇ ਕਿਉਂ ਕਹਿਣਗੇ ਉਹਨਾਂ ਨੂੰ? ਜਿਹੜੀਆਂ ਧਿਰਾਂ ਕਹਿੰਦੀਆਂ ਸੀ ਕਿ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਤੋੜੋ, ਅਸੀਂ ਤਾਂ ਕਹਿੰਦੇ ਨਾਤਾ ਤੋੜ ਲਿਆ। ਹੁਣ ਦੂਜੀਆਂ ਧਿਰਾਂ ਭਾਜਪਾ ਨਾਲ ਜੱਫੀਆਂ ਪਾ ਰਹੀਆਂ। ਨਹੀਂ ਤੋੜਿਆ ਕਦੋਂ? ਜਦੋਂ ਬੇੜਾ ਗਰਕ ਹੋ ਗਿਆ। ਅਜੇ ਵੀ ਕੋਠੇ ਚੜ੍ਹ ਨੂੰ ਵਾਜਾਂ ਮਾਰੀਆਂ ਜਾ ਰਹੀਆਂ ਵੀ ਸਾਨੂੰ ਨਿਕਲਾਂ ਲਾ ਲਵੇ ਤਾਂ ਜਦੋਂ ਮਰਜ਼ੀ ਲੱਗ ਸਕਦਾ, ਕੋਈ ਸਾਰੀ ਦੁਨੀਆ ਨੂੰ ਪਤਾ। ਜਿਹੜਾ ਬੰਦਾ ਰਾਮ ਰਹੀਮ ਨਾਲ ਗਲਵਕੜੀ ਪਾਈ ਫਿਰਦਾ ਹੋਵੇ, ਜਿਹਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਹੋਵੇ, ਉਹਦੀ ਛਤਰੀ ਥੱਲੇ ਕਿਵੇਂ ਇਕੱਠੇ ਹੋ ਜਾਣਗੇ? ਤੇ ਕੰਮ ਉਹਨਾਂ ਹੀ ਕਰਨ ਦੇ ਰਿਹਾ ਵੀ ਮੇਰੀ ਛਤਰੀ ਥੱਲੇ ਆਓ, ਘੁਮਾ ਫਰਾ ਕੇ ਗੱਲ ਜਿਹੜੀ ਆ ਵੀ ਸੁਖਬੀਰ ਦੀ ਛਤਰੀ ਥੱਲੇ ਆਓ। ਪੀਰ ਮੁਹੰਮਦ ਜੀ ਕਹਿ ਰਹੇ ਕਿ ਜੀ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਤੇ ਪੰਥ ਉਹਨਾਂ ਨੂੰ ਮਾਫ ਕਰ ਦੇਵੇ। ਪੰਥ ਮਾਫ ਕਿਉਂ ਕਰੇ ਉਹਨਾਂ ਨੂੰ? ਉਹ ਖਾਲੀ ਮਾਫੀ ਮੰਗਣ ਦੀ ਗੱਲ ਨਹੀਂ ਆ, ਉਹ ਮਾਫੀ ਮੰਗ ਕੇ ਅਸਤੀਫਾ ਦੇਣ, ਫਿਰ ਪੰਥ ਸੋਚੂ ਕਿ ਕਦੀ ਦੁਬਾਰਾ ਉਹਨਾਂ ਨੂੰ ਲਾਣਾ ਕਿ ਨਹੀਂ ਲਾਣਾ। ਇੱਕ ਵਾਰੀ ਪਾਸੇ ਤਾਂ ਹਟਣ। ਉਹ ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਬੰਦੀ ਛੋੜ ਦਿਵਸ ਦੇ ਮੌਕੇ ਤੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਕਿ ਸਾਡੇ ਜਿਹੜੇ ਯੋਧੇ ਆ ਉਹ ਜੇਲ੍ਹਾਂ 'ਚ ਬੈਠੇ ਆ ਤੇ ਅਸੀਂ ਕਬਜ਼ਿਆਂ ਦੀ ਲੜਾਈ ਲੜ ਰਹੇ ਹਾਂ। ਸਵਾਲ ਬਹੁਤ ਵੱਡਾ ਹੈ। ਹੋਰ ਕੁਝ ਦਿਨਾਂ ਤੱਕ ਜਦੋਂ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨ ਹਾਊਸ ਹੋਣ ਜਾ ਰਿਹਾ, ਜਿਹਦੇ 'ਚ ਅਕਾਲ ਤਖਤ ਦੇ ਜਥੇਦਾਰ ਖੁਦ ਵੀ ਸ਼ਾਮਲ ਹੋਣਗੇ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੀ ਪ੍ਰੋਗਰਾਮ ਲਿਖਿਆ ਜਾਏਗਾ ਜਾਂ ਉੱਥੇ ਵੀ ਜਨ ਹਾਊਸ ਦੇ 'ਚ ਕਬਜ਼ਿਆਂ ਦੀ ਲੜਾਈ ਲੜੀ ਜਾਏਗੀ, ਔਰ ਉਹ ਵੀ ਅਕਾਲ ਤਖਤ ਦੇ ਜਥੇਦਾਰ ਦੀ ਹਾਜ਼ਰੀ 'ਚ, ਉਹਨਾਂ ਦੀ ਮੌਜੂਦਗੀ 'ਚ। ਵੱਡੇ ਮੁੱਦੇ ਹੈ। ਇਹਨਾਂ ਮੁੱਦਿਆਂ 'ਤੇ ਰਾਏ ਵੱਖੋ ਵੱਖਰੀ ਹੋ ਸਕਦੀ ਹੈ। ਪਰ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਧਿਰਾਂ ਇਹਨਾਂ ਮੁੱਦਿਆਂ 'ਤੇ ਚਰਚਾ ਕਰਦੀਆਂ ਆ ਰਹੀਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਤੇ ਹੁਣ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਇਸ ਮੁੱਦੇ 'ਤੇ ਆਪਣਾ ਸੁਨੇਹਾ ਜਾਰੀ ਕੀਤਾ ਤਾਂ ਬਣਦਾ ਤਾਂ ਹੈ ਕਿ ਇਸ ਮੁੱਦੇ 'ਤੇ ਸਾਰੀਆਂ ਧਿਰਾਂ ਦੀ ਰਾਏ ਲਈ ਜਾਵੇ ਔਰ ਪੁੱਛਿਆ ਜਾਵੇ ਕਿ ਵਾਸਤਵ ਦੇ 'ਚ ਹੇਠਲੀ ਪੱਧਰ 'ਤੇ ਜ਼ਮੀਨੀ ਹਕੀਕਤਾਂ ਕੀ ਨੇ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਚਰਚਾ ਜਿਹੜੀ ਬੇਨਤੀ ਪ੍ਰਵਾਨ ਕਰਕੇ ਚੈਨਲ 'ਤੇ ਸਾਡੇ ਨਾਲ ਮਹਿਮਾਨ ਜੁੜੇ ਨੇ। ਸਾਧ ਸੁਖਦੇਵ ਸਿੰਘ ਭੌਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ
ਜਨਰਲ ਸਕੱਤਰ ਰਹੇ ਹੈ। ਇੱਕ ਨਾਂ ਹੈ ਜਾਣਿਆ ਪਛਾਣਿਆ ਚਿਹਰਾ। ਇਸੇ ਤਰੀਕੇ ਨਾਲ ਸਾਡੇ ਨਾਲ ਦੂਜੇ ਮਹਿਮਾਨ ਸਾਹ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਜਾਣੇ ਪਹਿਚਾਣੇ ਚਿਹਰੇ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਦੀ ਵੀ ਨੁਮਾਇੰਦਗੀ ਕਰਦੇ ਆ ਪਰ ਪੰਥਕ ਤਰ੍ਹਾਂ ਦੀ ਇੱਕ ਜਾਣੀ ਪਛਾਣੀ ਹਸਤੀ। ਭਾਈ ਜੋਗਾ ਸਿੰਘ ਚੱਪੜ ਪੰਥਕ ਤਰ੍ਹਾਂ ਦੀ ਨੁਮਾਇੰਦਗੀ ਕਰਦੇ ਆ, ਪੰਥਕ ਲਹਿਰ ਦੇ ਆਗੂ ਹੈ। ਦਰਸ਼ਕਾਂ ਨੂੰ ਇਹ ਜ਼ਰੂਰ ਚੰਗਾ ਲੱਗੇਗਾ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਡੀ ਗੱਲ ਹੋ ਰਹੀ ਹੈ, ਉਹਨਾਂ ਮੁੱਦਿਆਂ ਦੇ ਜਿਹੜੇ ਮਹਿਮਾਨ ਆਏ ਆ ਉਹਨਾਂ ਦੇ ਇੱਕ ਪਿਛੋਕੜ ਹੈ, ਇਹਨਾਂ ਮੁੱਦਿਆਂ ਤੇ ਅਧਿਕਾਰਤ ਤੌਰ ਤੇ ਕੋਈ ਟਿੱਪਣੀ ਕਰਨ ਦੇ ਹੱਕਦਾਰ ਨੇ। ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਨੂੰ ਜੀ ਆਖਦਾ, ਵੈਲਕਮ ਕਰਦਾ। ਪੀਰ ਮੁਹੰਮਦ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ ਕਿ ਇੱਕ ਦਿਨ ਪਹਿਲਾਂ ਸਿੰਘ ਸਾਹਿਬ ਨੇ ਜਿਹੜਾ ਸੁਨੇਹਾ ਦਿੱਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ, ਪਰ ਹੋਰ ਕੁਝ ਦਿਨਾਂ ਤੱਕ ਮੈਂ ਇਹ ਵੀ ਕਹੀ ਆ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨ ਹਾਊਸ, ਜਿਸ ਨੂੰ ਅਸੀਂ ਮਿੰਨੀ ਪਾਰਲੀਮੈਂਟ ਵੀ ਆਖਦੇ ਹਾਂ, ਮਿੰਨੀ ਪਾਰਲੀਮੈਂਟ ਤੋਂ ਉੱਪਰ, ਜਿੱਦਾਂ ਪਾਰਲੀਮੈਂਟ ਤੋਂ ਦੇਸ਼ ਦੇ ਅੰਦਰ ਵੱਡਾ ਕੁਝ ਨਹੀਂ ਹੈ, ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੋਂ ਉੱਪਰ ਵੀ ਕੁਝ ਹੋ ਨਹੀਂ ਸਕਦਾ। ਇੱਕ ਪਾਸੇ ਸੁਨੇਹਾ ਤੇ ਦੂਜੇ ਪਾਸੇ ਮਿੰਨੀ ਪਾਰਲੀਮੈਂਟ ਦਾ ਜਨ ਹਾਊਸ। ਕੀ ਇਹਦੇ 'ਚੋਂ ਕੋਈ ਠੋਸ ਜਿਹੜੇ ਹੈਗੇ ਨਤੀਜੇ ਸਾਹਮਣੇ ਆਉਣਗੇ ਜਿਨ੍ਹਾਂ ਮੁੱਦਿਆਂ ਤੇ ਜਥੇਦਾਰ ਸਾਹਿਬ ਨੇ ਕੌਮ ਨੂੰ ਵੰਗਾਰਿਆ, ਸੁਨੇਹਾ ਦਿੱਤਾ ਹੈ? ਪੀਰ ਮੁਹੰਮਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਥੇਦਾਰ ਸਾਹਿਬ ਜੀ, ਹਰ ਵਾਰ ਹੀ ਜਦੋਂ ਬੰਦੀ ਛੋੜ ਦਿਵਸ ਆਉਂਦਾ ਜਾਂ ਕੌਮ ਦੇ ਨਾਮ ਜਦੋਂ ਵੀ ਉਹ ਸੁਨੇਹਾ ਦਿੰਦੇ ਨੇ ਤਾਂ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਸਾਰੇ ਜਿਹੜੇ ਗੱਲਬਾਤ ਹੈ ਉਹ ਕਰਦੇ ਨੇ। ਉਸ ਦੇ ਵਿੱਚ ਉਹਨਾਂ ਨੇ ਜਿਹੜੀ ਬੰਦੀ ਸਿੰਘਾਂ ਬਾਰੇ ਅੱਜ ਗੱਲ ਕਹੀ ਹੈ, ਕੋਈ ਵੱਖਰੀ ਗੱਲ ਨਹੀਂ ਕੀਤੀ। ਉਹਨਾਂ ਨੇ ਉਹੀ ਗੱਲ ਕੀਤੀ ਹੈ ਕਿ ਜਿੰਦੀ ਸਭ ਤੋਂ ਵੱਡੀ ਮੰਗ ਇਸ ਕਰਕੇ ਆ ਕਿ ਬੰਦੀ ਸਿੰਘ ਜਿਹੜੇ ਆ ਉਹ ਕੌਮੀ ਸੰਘਰਸ਼ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਆਪਣੀ ਜਵਾਨੀ ਦੇ ਵਿੱਚ ਉਹ ਗਏ ਤੇ ਅੱਜ ਬੁਢਾਪਾ ਆ ਗਿਆ ਹੈ ਤੇ ਲੇਕਿਨ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਜੋ ਇੰਡੀਆ ਦਾ ਕਾਨੂੰਨ ਹੈ ਉਸ ਕਾਨੂੰਨ ਮੁਤਾਬਕ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ, ਉਹਨਾਂ ਨੇ ਉਹ ਸਜ਼ਾ ਵੀ ਪੂਰੀ ਕਰ ਲਈ। ਉਸ ਸਜ਼ਾ ਤੋਂ ਬਾਅਦ ਤੁਸੀਂ ਦੇਖੋ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਜਿਹੜੇ ਬਲਾਤਕਾਰੀ ਬਾਬੇ ਜਿਹੜੇ ਕੋਰਟਾਂ ਨੇ ਐਲਾਨ ਦਿੱਤੇ ਆ, ਉਹਨਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ। ਤੇ ਇਸ ਦੇਸ਼ ਦੇ ਵਿੱਚ ਜਦੋਂ ਕਾਨੂੰਨ ਏਕੇ ਤਾਂ ਫਿਰ ਇਹ ਦੋਹਰੇ ਮਾਪਦੰਡ ਕਿਉਂਕਿ ਸਿੰਘ ਸਾਹਿਬ ਜੀ ਨੇ ਜਿਹੜੇ ਗੱਲ ਕਹੀ ਹੈ ਉਹ ਕੌਮ ਦੀ ਤਰਜਮਾਨੀ ਕੀਤੀ ਹੈ। ਕੌਮ ਦੇ ਜੋ ਸੰਕਟ ਹੈ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਲਈ ਸਾਨੂੰ ਸੋਚਣਾ ਚਾਹੀਦਾ ਕਿ ਗੁਰੂ ਦੀ ਗੋਲਕ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਹੋਵੇ ਜਾਂ ਫਰੀਦਕੋਟ ਦੇ ਵਿੱਚ ਜਿਵੇਂ ਪਿਛਲੇ ਦਿਨੀ ਘਟਨਾ ਵਾਪਰੀ ਕਿ ਅਸੀਂ ਆਪਣੇ ਜਿਹੜੇ ਆਪਣੀ ਨਿੱਜ ਵਾਸਤੇ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਇੱਕ ਦੂਸਰੇ ਦੀਆਂ ਦਸਤਾਰਾਂ ਵੀ ਲਾ ਦਿੰਦੇ ਆ ਤੇ ਇੱਕ ਦੂਸਰੇ ਦਾ ਜੋ ਕੁਝ ਕਰਦੇ ਆ ਉਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਾਡਾ ਜਿਹੜਾ ਇੱਕ ਅਕਸ ਜਿਹੜਾ ਉਹ ਵਿਗੜਦਾ ਜਾ ਰਿਹਾ। ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਜਿਹੜਾ ਸੰਦੇਸ਼ ਹੈ ਉਹ ਬੜਾ ਮਾਇਨੇ ਰੱਖਦਾ। ਬਿਲਕੁਲ, ਜਿਹੜਾ ਪੀਰ ਮੁਹੰਮਦ ਜੀ ਸੁਨੇਹਾ ਜਿਹੜਾ ਮਾਇਨੇ ਰੱਖਦਾ, ਉਸ ਖਾਸ ਕਿਸਮ ਦੇ ਸੁਨੇਹੇ ਤੇ ਮਾਇਨਿਆਂ ਬਾਰੇ ਕੋਈ ਸ਼ਾਇਦ ਦੋ ਰਾਏ ਨਾ ਵੀ ਹੋਣ, ਪਰ ਸਵਾਲ ਇਹ ਹੈ ਕਿ ਸੁਨੇਹੇ ਦੀ ਪੂਰਤੀ ਲਈ ਜਥੇਦਾਰ ਸਾਹਿਬ ਨੇ, ਜਿੱਦਾਂ ਤੁਸੀਂ ਕਿਹਾ ਕਿ ਵੀ ਕੋਈ ਨਵੀਂ ਗੱਲ ਨਹੀਂ, ਪਹਿਲਾਂ ਵੀ ਇੱਦਾਂ ਦਾ ਸੁਨੇਹਾ ਦਿੰਦੇ ਆ, ਪਰ ਮਹੱਤਤਾ ਇਸ ਦੀ ਜ਼ਰੂਰ ਹੈ। ਉਸ ਸੁਨੇਹੇ ਦੀ ਪੂਰਤੀ ਲਈ DC ਅੰਮ੍ਰਿਤਸਰ ਨੂੰ ਯਾਦ ਪੱਤਰ ਦਿੱਤਾ ਗਿਆ। ਉਸ ਸੁਨੇਹੇ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ। ਉਸ ਸੁਨੇਹੇ ਦੀ ਪੂਰਤੀ ਲਈ ਆਪਾਂ ਵੱਲੋਂ ਮਾਰਚ ਕੀਤਾ ਗਿਆ। ਇਹਦੇ ਬਾਵਜੂਦ ਵੀ ਜਿਹੜੀ ਕੇਂਦਰ ਸਰਕਾਰ ਹੈ ਟਸ ਤੋਂ ਮਸ ਕਿਉਂ ਨਹੀਂ ਹੋ ਰਹੀ? ਕਿਤੇ ਲੱਗਦਾ ਕਿ ਬਹੁਤ ਵੱਡਾ ਖਲਾਅ ਹੈ ਜਾਂ ਸਾਡਾ ਦਬਾਅ ਨਹੀਂ ਬਣ ਰਿਹਾ। ਫਿਰ ਅਸੀਂ ਮਿੰਨੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਮੈਂ ਉੱਥੇ ਲਿਆਉਣਾ ਚਾਹੁੰਦਾ ਗੱਲ ਨੂੰ, ਮੈਂ ਪੀਰ ਮੁਹੰਮਦ ਜੀ ਉੱਥੇ ਲਿਆਉਣਾ ਚਾਹੁੰਦਾ ਗੱਲ ਨੂੰ। ਅਸੀਂ ਮਿੰਨੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਕੀ ਉੱਥੇ ਧਾਮੀ ਤੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਦੇ ਵਿੱਚ ਹੀ ਆਪਸ ਵਿੱਚ ਰੌਲਾ ਰੱਪਾ ਪੈ ਕੇ ਗੱਲ ਨਿਬੜ ਜਾਏਗੀ, ਜਾਂ ਮਿੰਨੀ ਪਾਰਲੀਮੈਂਟ ਲਈ ਐਡਾ ਵੱਡਾ ਮੁੱਦਾ ਤੇ ਉੱਥੇ ਸਿੰਘ ਸਾਹਿਬ ਖੁਦ ਵੀ ਬੈਠੇ ਆ? ਕੀ ਕਹੋਗੇ? ਦੇਖੋ ਗੱਲ ਇਹ ਆ ਕਿ ਹਰ ਸਾਲ ਹੀ ਜਨਰਲ ਇਜਲਾਸ ਹੁੰਦਾ, ਉਸ ਇਜਲਾਸ ਦੇ ਵਿੱਚ ਕੋਈ ਵੀ ਉਮੀਦਵਾਰ ਖੜਾ ਹੋ ਸਕਦਾ। ਜੇ ਬੀਬੀ ਜਗੀਰ ਕੌਰ ਖੜੇ ਜਾਂ ਆਪਣੇ ਸਰਦਾਰ ਹਰਜਿੰਦਰ ਸਿੰਘ ਧਾਮੀ ਮੌਜੂਦਾ ਪ੍ਰਧਾਨ ਨੇ, ਕੱਲ ਨੂੰ ਕੋਈ ਵੀ ਖੜਾ, ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਮਸਲਾ ਇਹ ਆ ਕਿ ਸਿੰਘ ਸਾਹਿਬ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਅਸੀਂ ਆਪਣੇ ਕੌਮੀ ਯੋਧਿਆਂ ਪ੍ਰਤੀ ਫਿਕਰਮੰਦ ਹੋਈਏ, ਉਹਨਾਂ ਦੀਆਂ ਰਿਹਾਈਆਂ ਲਈ ਯਤਨ ਸਾਂਝੇ ਕਰੀਏ, ਔਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਉਹ ਸਾਰੀਆਂ ਇਕੱਠੀਆਂ ਹੋਣ ਤੇ ਇਕਜੁੱਟ ਹੋ ਕੇ
ਆਪਣੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਯਤਨ ਕਰੀਏ। ਕੇਂਦਰ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਤੁਹਾਡੇ ਜੀ। ਸਾਹਮਣੇ ਆ ਚੁੱਕੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪੂਰਬ ਮੌਕੇ ਜਿਹੜਾ ਉਹਨਾਂ ਨੇ ਵੱਡਾ ਐਲਾਨ ਕੀਤਾ ਸੀ, ਉਹਦੇ ਤੋਂ ਵੀ ਪਿੱਛੇ ਹਟ ਗਏ ਨੇ। ਤੇ ਅਜਿਹੇ ਹਾਲਾਤਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੰਘ ਸਾਹਿਬ ਜੀ ਦਾ ਕਹਿਣਾ ਬਿਲਕੁਲ ਜਾਇਜ਼ ਹੈ। ਜੀ ਪੀਰ ਮੁਹੰਮਦ ਜੀ, ਤੁਹਾਡਾ ਵਿਊ ਵੰਡਾ ਗਿਆ। ਪੌਰ ਸਾਹਿਬ, ਤੁਹਾਡਾ ਵੀ ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਹੈ ਜਦੋਂ ਆਪਾਂ ਸਿੱਖ ਲਹਿਰਾਂ ਦੀ, ਸਿੱਖ ਮੁੱਦਿਆਂ ਦੀ, ਭਾਈਚਾਰੇ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ। ਹੁਣ ਅਕਾਲ ਤਖ਼ਤ ਦੇ ਜਥੇਦਾਰ ਦੇ ਸੁਨੇਹੇ ਦੇ ਬਾਰੇ 'ਚ ਜਿੱਦਾਂ ਪੀਰ ਮੁਹੰਮਦ ਜੀ ਨੇ ਕਿਹਾ ਤਾਂ ਹਾਈ ਹੈ ਕਿ ਸੁਨੇਹਾ ਤਾਂ ਹਾਈ ਹੈ, ਪਰ ਗੱਲ ਇਸ ਕਰਕੇ ਵੀ ਮਾਤਾ ਹੋਰ ਵੀ ਬਣ ਜਾਂਦੀ ਕਿ ਕੁਝ ਦਿਨਾਂ ਤੱਕ ਜਨ ਹਾਊਸ ਹੋ ਰਿਹਾ, ਫਿਰ ਕੀ ਹੈ ਸੁਨੇਹਾ ਸੁਨੇਹੇ ਤੱਕ ਹੀ ਰਹਿ ਜਾਏਗਾ। ਜਨ ਹਾਊਸ ਜਿਹੜਾ ਹੈਗਾ ਸਿਰਫ ਉੱਥੇ ਜਿਹੜਾ ਹੈਗਾ ਮੁਬਾਰਕਬਾਦ ਦੇ ਕੇ ਤੇ ਪ੍ਰਧਾਨੀਆਂ ਇੱਕ ਦੂਜੇ ਨੂੰ ਲੈ ਜਾ ਕੇ ਉੱਠ ਕੇ ਚਲਾ ਜਾਏਗਾ। ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਹੈ ਨਾ, ਇਹ ਜੀ। ਕੋਈ ਸਿੱਖ ਨਹੀਂ ਚਾਹੁੰਦਾ ਵੀ ਉਹ ਜੇਲ੍ਹਾਂ ਤੋਂ ਬਾਹਰ ਨਾ ਆਉਣ। ਜਿਹੜੀਆਂ ਗੱਲਾਂ ਪੀਰ ਮੁਹੰਮਦ ਸਾਹਿਬ ਨੇ ਕੀਤੀਆਂ ਬਿਲਕੁਲ ਵਾਜਬ ਨੇ। ਹਿੰਦੁਸਤਾਨ ਦੇ ਵਿੱਚ ਕਾਨੂੰਨ ਇੱਕੋ ਹੀ ਹੋਣਾ ਚਾਹੀਦਾ, ਜਿਹੜਾ ਬਾਕੀਆਂ ਦੇ ਲਈ ਹੋਰ ਤਰ੍ਹਾਂ ਲੱਗਦਾ ਸਾਡੇ ਲਈ ਹੋਰ ਤਰ੍ਹਾਂ ਲੱਗਦਾ। ਇਹ ਇੱਥੋਂ ਤੱਕ ਬਿਲਕੁਲ ਸੱਚ ਹੈਗਾ। ਤੇ ਜਿਹੜੀ ਅਗਲੀ ਗੱਲ ਹੈ ਨਾ, ਜਥੇਦਾਰ ਸਾਹਿਬ ਦੇ ਸੁਨੇਹਿਆਂ ਨੂੰ ਹੁਣ ਕੋਈ ਬਹੁਤਾ ਸੀਰੀਅਸਲੀ ਲੈਂਦਾ ਨਹੀਂ, ਕਿਉਂਕਿ ਉਹ ਕਹਿੰਦੇ ਕੁਛ ਆ ਕਰਦੇ ਕੁਛ। ਜੇ ਤਾਂ ਉਹ ਆਪਣੇ ਕਹੇ ਦੇ ਉੱਤੇ ਪਹਿਰਾ ਦੇਣ, ਫੇਰ ਤਾਂ ਕੌਮ ਵੀ ਉਹਨਾਂ ਦੀ ਗੱਲ ਮੰਨੇ ਤੇ ਕੌਮ ਉਹਨਾਂ ਦੇ ਮਗਰ ਵੀ ਚੱਲੇ। ਮਿਸਾਲ ਦੇ ਤੌਰ ਤੇ ਮੈਂ ਦੋ ਤਿੰਨ ਗੱਲਾਂ ਦੱਸਦਾ। ਜਥੇਦਾਰ ਸਾਹਿਬ ਨੇ ਜਦੋਂ ਇੱਕ ਫੈਸ਼ਨ ਸ਼ੋਅ ਜਿਹੜਾ ਇੱਕ ਚੈਨਲ ਦੇ ਉੱਤੇ ਹੋਇਆ, ਉਹਦੇ ਬਾਰੇ ਇੱਕ ਆਦੇਸ਼ ਦਿੱਤਾ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਐਸਟੈਬਲਿਸ਼ ਕਰੇ ਮਹੀਨੇ ਦੇ ਅੰਦਰ, ਔਰ ਉੱਥੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼ੁਰੂ ਕਰੇ। ਤੇ ਅੱਜ ਤੱਕ ਨਹੀਂ ਹੋਇਆ, ਉਹ ਮਹੀਨੇ ਮੇਰੇ ਖਿਆਲ 5-7। ਦੂਜੀ ਗੱਲ, ਐਗਜ਼ਾਮਪਲ ਦੇ ਤੌਰ ਤੇ ਜਦੋਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਕਮੇਟੀ ਬਣਾਈ ਗਈ 11 ਮੈਂਬਰੀ, ਜਿਹਦੀ ਕੋਈ ਹੋਈ ਹੋਰ ਕੋਈ ਨਹੀਂ ਹੋਈ, ਉਹਦੇ ਵਿੱਚ ਜਿਹੜੇ ਬਾਦਲ ਦਲ ਵਾਲੇ ਆ, ਇਹਨਾਂ ਨੇ ਆਪਣੇ ਕੋਲ ਇਕੱਠੇ ਕਰਕੇ ਮੁਜ਼ਾਹਰਾ ਕੀਤਾ ਤੇ ਸਮੇਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਮੈਮੋਰੰਡਮ ਦੇਣ ਚਲੇ। ਅੱਛਾ, ਉਹਨੇ ਅੱਗੇ ਚੰਗੀ ਤਰ੍ਹਾਂ ਡੀਲ ਨਹੀਂ ਕੀਤਾ। ਜਦੋਂ ਉਹਨੇ ਡੀਲ ਨਹੀਂ ਕੀਤਾ ਤੇ ਇੱਥੇ ਜਥੇਦਾਰ ਸਾਹਿਬ ਨੇ ਇੱਕ ਆਦੇਸ਼ ਦਿੱਤਾ ਵੀ ਤੁਸੀਂ ਕਿਉਂ ਦਰ ਤੇ ਜਾ ਕੇ ਲੀੜੀਆਂ ਕੱਢਦੇ ਫਿਰਦੇ ਆ, ਕੌਮ ਆਪਣਾ ਸੰਘਰਸ਼ ਆਪ ਕਰ ਸਕਦਾ। ਤੇ ਅਜੇ ਇਹਨਾਂ ਬੋਲਾਂ ਨੂੰ ਮਾੜੀ ਮੋਟੀ ਅਜੇ ਮੱਠੇ ਵੀ ਨਹੀਂ ਪਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅੰਮ੍ਰਿਤਸਰ ਦੇ ਡੀਸੀ ਦੇ ਦਫ਼ਤਰ ਦੇ ਬਿਲੜੀਆਂ ਕੱਢਦਾ ਹੋਇਆ ਦੇਖਿਆ ਗਿਆ ਕਿ ਸਾਡਾ ਮੈਮੋਰੰਡਮ ਬਹੁਤ ਨਹੀਂ ਤੱਕ ਪਿੱਛੇ ਬੈਠਾ। ਕਿਹੜੀ ਗੱਲ ਤੇ ਯਕੀਨ ਕੀਤਾ? ਜਦੋਂ ਉਹਨਾਂ ਨੇ ਇੱਕ ਪਾਸੇ ਤਾਂ ਕਹੀ ਜਾਂਦੇ ਬਿਲੜੀਆਂ ਕੱਢ ਤੋਂ, ਇੱਕ ਪਾਸੇ ਜਾ ਕੇ ਐਸਡੀਐਮ ਨੂੰ ਵੀ ਬਿਲੜੀਆਂ ਕੱਢ ਕੇ ਪੱਤਰ ਦਿੱਤੇ। ਇਹ ਗੱਲਾਂ ਜਦੋਂ ਤੱਕ ਕਹਿਣੀ ਤੇ ਕਰਨੀ ਇੱਕ ਨਹੀਂ ਹੁੰਦੀ ਨਾ, ਲੋਕਾਂ ਨੂੰ ਹੁਣ ਇਹ ਸਭ ਕੁਝ ਪਤਾ ਲੱਗਣਾ ਕਿ ਉਹਨਾਂ ਨੂੰ ਬੁਲਾਉਂਦਾ ਕੋਈ ਹੋਰ ਹੈ, ਕਿਸੇ ਹੋਰ ਦੇ ਲਈ ਬੁਲਾਇਆ ਜਾ ਰਿਹਾ। ਕਿ ਜਿੱਥੋਂ ਤੱਕ ਉਹਨਾਂ ਨੇ ਕਿਹਾ ਕਿ ਕਬਜ਼ਿਆਂ ਦੀ ਲੜਾਈ ਲੜਨੀ, ਹੋਰ ਲੜ ਰਿਹਾ ਕਬਜ਼ਿਆਂ ਦੀ ਲੜਾਈ, ਇਹਨਾਂ ਦੀ ਲੜ ਰਹੇ ਨਾ। ਅਜੇ ਬਾਦਲ ਦਲ ਨੇ ਆਪਣਾ ਉਮੀਦਵਾਰ ਅਨਾਉਂਸ ਕਰਨਾ, ਦੂਜੇ ਪਾਸੇ ਉਹ ਬੀਬੀ ਹੈ ਜਿਹੜੀ ਬਾਦਲ ਦਲ ਦੇ ਖੁਦ ਕਾਰਨ ਵਿੱਚੋਂ ਤੁਰੀ ਫਿਰਦੀ, ਆਪ ਹੀ ਲੜ ਰਹੇ ਨਾ ਕਬਜ਼ਿਆਂ ਦੀ ਲੜਾਈ, ਹੋਰ ਕੋਈ ਨਹੀਂ ਲੜ ਰਿਹਾ। ਇਹ ਸਾਰਾ ਕੁਝ ਜੋਪੁਰ ਜਿਹੜਾ ਜੇ ਅਕਾਲ ਤਖ਼ਤ ਤੋਂ ਪੰਥ ਦੀ ਆਵਾਜ਼ ਆਵੇਗੀ, ਪੰਥ ਸਿਰ ਝੁਕਾ ਕੇ ਪ੍ਰਵਾਨ ਕਰੂ। ਜਦੋਂ ਇਹ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਿਅਕਤੀ ਦੇ ਮਗਰ ਜਾਂ ਇੱਕ ਪਰਿਵਾਰ ਦੇ ਮਗਰ ਲਾਉਣ ਦੀ ਪਏਗੀ, ਇਹ ਕੋਈ ਯਕੀਨ ਨਹੀਂ ਕਰੇਗਾ। ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਜੋਗਾ ਸਿੰਘ ਜੀ, ਇਸੇ ਮਾਮਲੇ ਤੇ ਮੈਂ ਤੁਹਾਡੇ ਕੋਲੋਂ ਜਿਹੜਾ ਹੈਗਾ ਕਮੈਂਟ ਲੈਣਾ ਚਾਹਾਂਗਾ। ਮੁੱਦਾ ਸਾਰਿਆਂ ਦੀ, ਜਿੱਦਾਂ ਪੌਰ ਸਾਹਿਬ ਨੇ ਵੀ ਕਿਹਾ, ਪੀਰ ਮੁਹੰਮਦ ਜੀ ਦਾ ਵੀ ਕਹਿਣਾ ਕਿ ਮੁੱਦਾ ਬਹੁਤ ਵੱਡਾ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਬਿਲਕੁਲ ਇੱਥੋਂ ਤੱਕ ਗੱਲ ਤੇ ਸਹਿਮਤੀ ਹੈ ਸਾਰਿਆਂ ਦੀ। ਪਰ ਜਿਹੜਾ ਐਸਜੀਪੀਸੀ ਦੇ ਜਨ ਹਾਊਸ ਹੋ ਰਿਹਾ, ਉਹਦੇ 'ਚ ਧਾਮੀ ਜਾਂ ਬੀਬੀ ਜਗੀਰ ਕੌਰ ਚੋਂ ਕੌਣ ਪ੍ਰਧਾਨ ਬਣੇਗਾ, ਇਹ ਤਾਂ ਐਸਜੀਪੀਸੀ ਦੇ ਜਿਹੜੇ ਮੈਂਬਰ ਆ ਫੈਸਲਾ ਉਹਨਾਂ ਤੇ ਕਰਨਾ ਹੈ। ਪਰ ਸੰਜੀਦਗੀ ਕਿੰਨੀ ਕੁ ਹੈ ਸਾਰੇ ਮਾਮਲੇ 'ਚ, ਜਿੱਦਾਂ ਪੌਰ ਸਾਹਿਬ ਨੇ ਕਿਹਾ? ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤਾਂ ਜਿਹੜੇ ਸਾਡੇ ਇਹ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਆ, ਤਾਂ ਇਹਦੇ ਵਿੱਚ ਦੋ ਸਰਕਾਰਾਂ ਉਹਨਾਂ ਲੋਕਾਂ ਦੀਆਂ ਵੀ ਆ ਲਈਆਂ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਕਿਹਾ ਜਾਂਦਾ ਹੈ, ਜਿਨ੍ਹਾਂ ਦੀਆਂ ਚਿੱਠੀਆਂ ਦੇ ਨਾਲ ਜਾਂ ਜਿਨ੍ਹਾਂ ਦੇ ਸਾਈਨਾਂ ਦੇ ਨਾਲ ਇਹਨਾਂ ਦੀਆਂ ਸਜ਼ਾਵਾਂ ਮਾਫ ਵੀ ਹੋ ਸਕਦੀਆਂ ਸੀ ਤੇ ਇਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਆ ਸਕਦੇ ਸੀ। ਅੱਜ ਸਾਡੀ ਇਹ ਸਭ ਤੋਂ ਵੱਡੀ ਬਦਕਿਸਮਤੀ ਹੈ ਕਿ ਜਿਹੜੇ ਲੋਕ ਪੰਥਕ ਮਖੌਟਾ ਪਾ ਕੇ ਸਾਡੇ ਤੇ ਰਾਜ ਕਰਦੇ ਰਹੇ ਤੇ ਪੰਥਕ ਇਸ਼ੂ ਉਭਾਰ ਕੇ
ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਰਾਜ ਸ਼ਕਤੀਆਂ ਪ੍ਰਾਪਤ ਕਰਦੇ ਰਹੇ, ਲੇਕਿਨ ਉਹੀ ਸਭ ਤੋਂ ਵੱਧ ਅੜਚਣਾ ਇਹਨਾਂ ਸਿੰਘਾਂ ਨੂੰ ਜੇਲ੍ਹਾਂ ਚੋਂ ਨਾ ਨਿਕਲਣ ਦੇ ਵਿੱਚ ਲਾਉਂਦੇ ਰਹੇ। ਸੋ ਇਸ ਕਰਕੇ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਲਾ ਲਓ ਜਾਂ ਸਿੱਖ ਕੌਮ ਦੀ ਲਾ ਲਓ ਕਿ ਇਹਨਾਂ ਬਾਦਲ ਪਰਿਵਾਰ ਦੇ ਕਾਰਨ ਹੀ ਇਹ ਬੰਦੀ ਸਿੰਘ ਅੱਜ ਤੱਕ ਜੇਲ੍ਹਾਂ ਦੇ ਵਿੱਚੋਂ ਨਹੀਂ ਨਿਕਲ ਸਕੇ। ਬਹੁਤ ਵਾਰ ਅਜਿਹੀਆਂ ਖਬਰਾਂ ਵੀ ਨਸ਼ਰ ਹੋਈਆਂ, ਅਖਬਾਰਾਂ ਵਿੱਚ ਵੀ ਹੋਈਆਂ ਕਿ ਜਿਹੜੇ ਯੂਪੀ ਦੇ ਕੁਝ ਸੀਗੇ ਜੇਲ੍ਹਾਂ ਦੇ ਵਿੱਚ ਆਏ ਹੋਏ ਅਪਰਾਧੀ, ਉਹਨਾਂ ਵਾਸਤੇ ਤਾਂ ਸਪੈਸ਼ਲ ਪੈਰੋਲ ਮਿਲ ਜਾਂਦੀ ਸੀ, ਉਹ ਤਾਂ ਬਾਦਲ ਸਰਕਾਰ ਦੇ ਵਿੱਚੋਂ ਬਾਹਰ ਚਲੇ ਗਏ। ਲੇਕਿਨ ਜਿਹੜੇ ਸਾਡੇ ਬੰਦੀ ਸਿੰਘ ਜਦੋਂ ਬਾਦਲ ਪਰਿਵਾਰ ਦੇ ਵਿਅਕਤੀ ਬੀਬੀ ਹਰਸਿਮਰਤ ਕੌਰ ਬਾਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਕੇਂਦਰ ਦੇ ਵਿੱਚ ਮੰਤਰੀ ਸੀ, ਉਦੋਂ ਤਾਂ ਕਦੇ ਬੋਲੇ ਨਹੀਂ। ਲੇਕਿਨ ਅੱਜ ਇਹ ਇਸ਼ੂ ਉਭਾਰ ਰਹੇ ਹੈ, ਚਲੋ ਅੱਜ ਇਹ ਉਭਾਰੇ ਤਾਂ ਅਸੀਂ ਤਾਂ ਅੱਜ ਵੀ ਸਵਾਗਤ ਕਰਦੇ ਹਾਂ। ਰਹੀ ਗੱਲ ਜਿਹੜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਗੱਲ ਕੀਤੀ ਹੈ ਜਾਂ ਚੋਣ ਦੀ ਗੱਲ ਕੀਤੀ ਹੈ, ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਜ ਮੁੱਦਾ ਉਭਾਰਿਆ ਹੈ, ਮੈਂ ਇੱਕ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਐਕਟਿੰਗ ਜਥੇਦਾਰ ਸਾਹਿਬ ਨੂੰ ਤੁਹਾਡੇ ਮਾਧਿਅਮ ਨਾਲ ਹੀ ਪੁੱਛਣੀ ਚਾਹਾਂਗਾ ਕਿ ਉਹਨਾਂ ਨੇ ਇਸ ਅਜਲਾਸ ਦੇ ਵਿੱਚ ਜਾਣਾ ਹੈ। ਇਹ ਅਜਲਾਸ ਆਪਣੀ ਜਿਹੜੀ ਮਿਆਦ ਹੈ ਉਹ ਪਕਾ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਦੀਆਂ ਜਲਦੀ ਚੋਣਾਂ ਕਰਾਉਣ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੀ ਕੋਈ ਅਜਿਹਾ ਫਰਮਾਨ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਨੂੰ ਉਦੋਂ ਸੁਣਾ ਦੇਣ ਕਿ ਤੁਸੀਂ ਆਪਣੇ ਤੁਰੰਤ ਰਿਜ਼ਾਈਨ ਕਰੋ ਤੇ ਨਵੇਂ ਸਿਰੇ ਤੋਂ ਇਲੈਕਸ਼ਨਾਂ ਹੋਣ। ਜਦੋਂ ਸਾਰਾ ਹੀ ਇਜਲਾਸ ਤੁਰੰਤ ਰਿਜ਼ਾਈਨ ਕਰੇਗਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਕਹਿਣਗੇ ਕਿ ਭਾਈ ਤੁਸੀਂ ਸਾਰਾ ਹੀ ਮੌਜੂਦਾ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਰਿਜ਼ਾਈਨ ਕਰੋ, ਤਾਂ ਆਟੋਮੈਟਿਕ ਹੀ ਚੋਣਾਂ ਹੋਣਗੀਆਂ। ਔਰ ਜਿਹੜਾ ਸਿੱਖ ਕੌਮ ਦੇ ਵਿੱਚ ਇੱਕ ਭੰਬਲ ਭੁੱਸਾ ਬਣਿਆ ਪਿਆ ਕਿ ਚੋਣਾਂ ਹੋ ਨਹੀਂ ਰਹੀਆਂ, ਕੌਣ ਨਹੀਂ ਕਰਵਾ ਰਿਹਾ, ਤੇ ਇਹ ਜ਼ਿੰਮੇਵਾਰੀ ਵੀ ਤਾਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਬਣਦੀ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਇਹਦੇ ਪਿੱਛੇ ਤਾਂ ਜੀ ਵੱਡੀ ਗੇਮ ਹੈ ਜਿਹੜੀ ਉਹ ਬਾਦਲ ਪਰਿਵਾਰ ਤੋਂ ਹੀ ਚੱਲ ਰਹੀ ਹੈ। ਜਿਹੜਾ ਅੱਜ ਵੱਡੀ ਚੁਣੌਤੀ ਭਾਵੇਂ ਉਹ ਬੀਬੀ ਜਗੀਰ ਕੌਰ ਵੱਲੋਂ ਹੀ ਖੜੀ ਕੀਤੀ ਗਈ ਹੈ, ਲੇਕਿਨ ਜਦੋਂ ਵੱਡੀ ਚੁਣੌਤੀ ਇਹਨਾਂ ਦੇ ਵਿੱਚੋਂ ਵੱਡੀਆਂ ਚੁਣੌਤੀਆਂ ਅੱਜ ਬਾਦਲਾਂ ਨੂੰ ਖੜੀਆਂ ਹੋਈਆਂ, ਇਹ ਸਭ ਤੋਂ ਵੱਡਾ ਅੱਜ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਵਿੱਚੋਂ ਜਿਹੜੀਆਂ ਚੁਣੌਤੀਆਂ ਮਿਲੀਆਂ ਇਹ ਪਿਛਲੇ ਸਮੇਂ ਵਿੱਚ ਜੋ ਸਿੱਖ ਕੌਮ ਦੇ ਨਾਲ ਉਹਨਾਂ ਨੇ ਧਰੋ ਕਮਾਇਆ, ਅਜਿਹੀਆਂ ਚੁਣੌਤੀਆਂ ਉਹਨਾਂ ਨੂੰ ਹੋਰ ਮਿਲਦੀਆਂ ਰਹਿਣਗੀਆਂ। ਜੀ ਬਿਲਕੁਲ ਤੁਹਾਡੀ ਗੱਲ ਆ ਗਈ ਹੈ ਅਮਰਿੰਦਰ ਜੀ। ਇਸੇ ਮਾਮਲੇ ਤੇ ਜਿਸ ਮੁੱਦੇ ਤੇ ਆਪਾਂ ਚਰਚਾ ਬਾਕੀ ਮਹਿਮਾਨਾਂ ਨੇ ਵੀ ਕੀਤੀ ਹੈ, ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਾਰਿਆਂ ਦੀ ਸਹਿਮਤੀ ਹੈ, ਪਰ ਪਿਛਲੀਆਂ ਸਰਕਾਰਾਂ ਜਿਨ੍ਹਾਂ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਹੁਣੀ ਕਰਦੇ ਰਹੇ ਹੈ, ਉਸ ਸਮੇਂ ਇਹ ਸਵਾਲ ਕਿਉਂ ਨਹੀਂ ਉੱਠੇ? ਇਹ ਸਵਾਲ ਵੀ ਉੱਠਦਾ ਹੈ। ਦੂਜੀ ਗੱਲ ਜਨ ਹਾਊਸ ਹੋ ਰਿਹਾ, ਜਨ ਹਾਊਸ ਦੇ ਵਿੱਚ ਜਿਹੜਾ ਹੈਗਾ ਕਿੱਦਾਂ ਦੀ ਅਪਰੋਚ ਅਪਣਾਈ ਜਾਏਗੀ ਇਲੈਕਸ਼ਨ ਨੂੰ ਲੈ ਕੇ? ਜਿੱਦਾਂ ਮੈਂ ਕਿਹਾ ਕਿ ਧੰਨਵਾਦ ਕਰਕੇ ਜਾਂ ਨਵੇਂ ਅਹੁਦੇਦਾਰਾਂ ਦੀ ਚੋਣ ਕਰਕੇ ਉੱਠ ਜਾਏਗਾ, ਜਾਂ ਜਿਹੜੇ ਮੁੱਦੇ ਤੇ ਜਥੇਦਾਰ ਸਾਹਿਬ ਨੇ ਕਿਹਾ ਕੀ ਸੰਜੀਦਗੀ ਵਾਲਾ ਫੈਸਲਾ ਉੱਥੇ ਕੋਈ ਇਹੋ ਜਿਹਾ ਆ ਸਕਦਾ ਜਿਹਦੀ ਜਥੇਦਾਰ ਗੱਲ ਕਰ ਰਿਹਾ ਅੱਜ? ਦੇਖੋ ਸਿੱਧੂ ਸਾਹਿਬ, ਪਹਿਲੀ ਜਿਹੜੀ ਗੱਲ ਤੁਸੀਂ ਕੀਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਦੇ ਵਿੱਚ ਜਿਹੜੇ ਵੱਖ-ਵੱਖ ਬੁਲਾਰਿਆਂ ਦੇ ਵਿਊਜ਼ ਹੈ ਉਹ ਪਬਲਿਕ ਦੇ ਸਾਹਮਣੇ ਆ ਚੁੱਕੇ ਹੈ। ਮੈਂ ਮੰਨਦਾ ਹਾਂ ਕਿ ਜਥੇਦਾਰ ਸਾਹਿਬ ਨੂੰ ਐਟਲੀਸਟ ਮੈਂ ਤਾਂ ਸੀਰੀਅਸਲੀ ਲੈਂਦਾ ਹੀ ਨਹੀਂ ਹੈ, ਕਿਉਂਕਿ ਉਹ ਅਜੇ ਐਕਟਿੰਗ ਹੀ ਹੈਗੇ ਹੈ ਤੇ ਐਕਟਿੰਗ ਹੀ ਕਰ ਰਹੇ ਆ, ਤੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਐਕਟਿੰਗ ਰੱਖਿਆ ਹੋਇਆ ਉਹੀ ਐਕਟਿੰਗ ਕਰਵਾ ਰਹੇ ਆ, ਉਹਨਾਂ ਦੇ ਹਿਸਾਬ ਦੀ ਉਹ ਐਕਟਿੰਗ ਕਰਦੇ ਆ। ਤੇ ਜਿਸ ਦਿਨ ਮਾੜੀ ਮੋਟੀ ਉਹਨਾਂ ਦੇ ਦਾਇਰੇ ਚੋਂ ਬਾਹਰ ਗੱਲ ਜਾਣ ਲੱਗਦੀ ਹੈ, ਉਹ ਉਹਨਾਂ ਨੂੰ ਮਤਲਬ ਉਹ ਗੁਪਤ ਰੂਪ ਦੇ ਵਿੱਚ ਕਹਿ ਦਿੰਦੇ ਆ ਬਈ ਭਾਈ ਤੁਸੀਂ ਅਜੇ ਐਕਟਿੰਗ ਹੋ, ਤੇ ਐਕਟਿੰਗ ਸਾਡੇ ਕੋਲ ਹੋਰ ਵੀ ਹੋ ਸਕਦਾ ਕੋਈ, ਤੇ ਉਹ ਉੱਥੇ ਹੀ ਉਹ ਬੈਕ ਟਰੈਕ ਕਰ ਜਾਂਦੇ ਆ। ਤੇ ਅਸੀਂ ਦੇਖਿਆ ਕਿ ਵੀ ਉਹ ਜਦੋਂ ਕਰਤਾਰਪੁਰ ਸਾਹਿਬ ਗਏ ਉਹਨਾਂ ਨੇ ਉੱਧਰ ਪਾਕਿਸਤਾਨ ਜਾ ਕੇ ਟਵੀਟ ਕੁਝ ਹੋਰ ਕੀਤਾ, ਤੇ ਬਾਰਡਰ ਦੇ ਇੱਧਰ ਆਉਂਦੇ ਹੀ ਉਹਨਾਂ ਨੇ ਟਵੀਟ ਨੂੰ ਡਿਲੀਟ ਕਰਕੇ ਨਵਾਂ ਟਵੀਟ ਕਰਤਾ। ਸੋ ਇਹ ਜਿਹੜਾ ਇੱਕ ਮਤਲਬ ਦੁਬਦਾ ਦਾ ਮਾਹੌਲ ਬਣਿਆ ਹੋਇਆ, ਇਹ ਪਬਲਿਕ ਸਾਰਾ ਕੁਝ ਜਾਣਦੀ ਹੈ ਬਈ ਇਹ ਐਕਟਿੰਗ ਕਿਹਦੇ ਹਿਸਾਬ ਨਾਲ ਕਰ ਰਹੇ ਆ, ਤੇ ਕੋਈ ਇਹਨਾਂ ਨੂੰ ਸੀਰੀਅਸਲੀ ਨਹੀਂ ਲੈਂਦਾ। ਤੇ ਦੂਸਰੀ ਗੱਲ ਜਿਹੜੀ ਕੀਤੀ ਹੈ ਪੀਰ ਮੁਹੰਮਦ ਜੀ ਨੇ, ਉਹਨਾਂ ਨੇ ਰਾਮ ਰਹੀਮ ਦਾ ਮੁੱਦਾ ਛੇੜਿਆ। ਮੈਨੂੰ ਮਤਲਬ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਜਿਹੜੀ ਪਾਰਟੀ ਰਾਮ ਰਹੀਮ ਦੇ ਨਾਲ ਘੀ ਖਿਚੜੀ ਹੋਈ ਪਈ ਸੀ, ਜਿਹੜੀ ਨੇ ਉਹਨੂੰ MSG ਫਿਲਮ ਚਲਾਉਣ ਲਈ ਸਾਰਾ ਕੁਝ ਕੀਤਾ, ਜਿਹੜੀ ਕਿ ਮਤਲਬ ਉਸਨੂੰ ਉਹਦੀ ਨਾਮ ਚਰਚਾ ਦੇ ਉਹਨਾਂ ਦੇ ਮਤਲਬ ਪੰਜਾਬ ਦੇ ਵਿੱਚ ਮਾਈਕ ਫੜ ਕੇ ਕਿਹਾ ਕਿ ਅਸੀਂ ਤੁਹਾਡੀ ਨਾਮ ਚਰਚਾ ਪੂਰੇ ਪੰਜਾਬ 'ਚ ਕਰਾਵਾਂਗੇ, ਉਹ ਬੰਦੇ ਅੱਜ ਕਹਿ ਰਹੇ ਆ ਕਿ ਜੀ ਰਾਮ ਰਹੀਮ ਜਿਹੜਾ ਹੈ ਉਹ ਮਾੜਾ ਹੈ। ਤੇ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਸ਼੍ਰੋਮਣੀ ਆਪਣਾ ਅਕਾਲ ਤਖਤ ਸਾਹਿਬ ਦੀ ਜਿਹੜੇ ਜਥੇਦਾਰ ਸੀਗੇ ਇਹਨਾਂ ਦੇ ਲਾਏ ਹੋਏ ਗੁਰਬਚਨ ਸਿੰਘ, ਉਹਨਾਂ ਦੇ ਕਾਰਜਕਾਲ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਦੇ ਉੱਪਰ ਹੀ ਮਾਫੀਨਾਮਾ ਟਾਈਪ ਕੀਤਾ ਗਿਆ ਰਾਮ ਰਹੀਮ ਦਾ, ਜਦੋਂ ਕਿ ਉਹ ਮਾਫੀ ਨਹੀਂ ਮੰਗ ਰਿਹਾ। ਸੋ ਐਸੀਆਂ ਜਦੋਂ ਹਰਕਤਾਂ ਹੋ ਰਹੀਆਂ, ਉਹਦਾ ਦੁਰਵਰਤੋਂ ਹੋ ਰਹੀ ਹੈ, ਤੇ ਪਬਲਿਕ ਦਾ ਕੌਨਫੀਡੈਂਸ ਕਿਵੇਂ ਆਏਗਾ? ਤੇ ਇੱਕ ਗੱਲ ਮੈਂ ਹੋਰ ਕਹਿਦਾ, ਇਹ ਦੁਰਵਰਤੋਂ ਕੋਈ ਅੱਜ ਪਹਿਲੀ ਵਾਰੀ ਨਹੀਂ ਹੋ ਰਹੀ,
ਇਹ ਉਦੋਂ ਵੀ ਦੁਰਵਰਤੋਂ ਅਕਾਲ ਤਖਤ ਸਾਹਿਬ ਦੀ ਹੋਈ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਨਰਲ ਡਾਇਰ ਨੂੰ ਸਰੋਪਾ ਪਾਇਆ। ਸੋ ਉਹਦੇ ਨਾਲ ਜਦੋਂ ਇਹਨੂੰ ਮਤਲਬ ਇੱਕ ਕਿਸਮ ਦਾ ਦਿੱਲੀ ਦਰਬਾਰ ਦਾ ਇੱਕ ਏਜੰਡਾ ਹੈ ਕਿ ਬਈ ਇਹਨੂੰ ਆਪਣੇ ਗ੍ਰਿਪ ਦੇ ਵਿੱਚ ਰੱਖਣਾ, ਇਹਨੂੰ ਬਾਹਰ ਨਹੀਂ ਜਾਣ ਦੇਣਾ, ਤੇ ਉਹੀ ਪੋਜੀਸ਼ਨ ਜਿਹੜੀ ਅੱਜ ਬਣੀ ਹੋਈ ਹੈ, ਉਹੀ ਜਿਹੜੇ ਐਕਟਿੰਗ ਕਰਵਾ ਰਹੇ ਆ ਬੰਦੇ, ਤੇ ਉਹਨਾਂ ਦੀ ਐਕਟਿੰਗ ਤੋਂ ਬਾਹਰ ਇਹ ਬਾਹਰ ਜਾ ਹੀ ਨਹੀਂ ਸਕਦੇ। ਤੇ ਜਿਹੜੀ ਦੂਜੀ ਗੱਲ ਤੁਸੀਂ ਕੀਤੀ ਹੈ ਇਜਲਾਸ ਦੀ SGPC ਵਾਲੀ, ਸੋ SGPC ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਉਹ ਸ਼੍ਰੋਮਣੀ ਨਹੀਂ ਰਹੀ ਕਿਉਂਕਿ ਉਹ ਬਿਲਕੁਲ ਇੱਕ ਪੰਜਾਬ ਦੀ ਕਮੇਟੀ ਬਣ ਕੇ ਰਹਿ ਗਈ ਆ। ਉਹਦੇ 'ਚੋਂ ਹਰਿਆਣੇ ਦੀ ਕਮੇਟੀ ਜਿਹੜੀ ਆ ਵੱਖ ਕਰ ਦਿੱਤੀ ਹੈ, ਤੇ ਇਹ ਮੈਂ ਮੰਨਦਾ ਹਾਂ ਕਿ ਬਈ ਇਹਨਾਂ ਨੇ ਕਰਵਾਈ ਆ ਵੱਖ ਵੀ, ਕਿਉਂਕਿ ਇਹਨਾਂ ਦੀ ਭਾਈਵਾਲੀ ਦੇ ਵਿੱਚ 10 ਸਾਲ ਇਹਨਾਂ ਨੇ ਉਹ ਰਾਜ ਮਾਣਿਆ। ਇਹਨਾਂ ਨੇ ਮਤਲਬ BJP ਨੂੰ ਇਹ ਕਿਹਾ ਹੀ ਨਹੀਂ ਕਿ ਬਈ ਇਹਨੂੰ ਵੱਖ ਕਰ ਦਿਓ, ਜਾਂ BJP ਨੇ ਇਹਨਾਂ ਦੀ ਮੰਨੀ ਨਹੀਂ। ਇਹ ਚੀਜ਼ ਇੱਕ ਡਿਬੇਟ ਦਾ ਇਸ਼ੂ ਹੈ। ਸੋ ਇਹਨਾਂ ਦੀ ਕਨਾਈਵੈਂਸ ਤੋਂ ਬਿਨਾਂ ਇਹ ਗੱਲ ਨਹੀਂ ਹੋ ਸਕਦੀ। ਤੇ ਜਿਹੜੇ ਇਹਨਾਂ ਦੇ ਉਸ ਵੇਲੇ ਦੇ ਵੱਡੇ ਆਗੂ ਸਨ, ਪੰਥ ਰਤਨ ਆਪਣਾ ਪ੍ਰਕਾਸ਼ ਸਿੰਘ ਬਾਦਲ, ਉਹ ਕਹਿੰਦੇ ਸੀ ਮੈਂ ਅੱਗ ਲਾ ਕੇ ਮਰ ਜਾਊਂਗਾ ਜੇ ਕਮੇਟੀ ਬਣੀ। ਤੇ ਅੱਜ ਕਮੇਟੀ ਬਣ ਗਈ ਹੈ, ਸਾਰੀ ਪਬਲਿਕ ਉੱਥੇ ਹੀ ਹੈ, ਉਹਨਾਂ ਦਾ ਇੱਕ ਬਿਆਨ ਵੀ ਨਹੀਂ ਆਇਆ ਕਿ ਬਹੁਤ ਮਾੜਾ ਹੋਇਆ। ਇਹ ਮਤਲਬ ਇਸ ਤਰੀਕੇ ਦੀ ਪੋਜੀਸ਼ਨ ਹੈ। ਤੇ ਇਹ ਅਜੇ ਵੀ ਕਹਿ ਰਹੇ ਆ ਕਿ ਜੀ ਅਸੀਂ ਆਪਣਾ ਇਜਲਾਸ ਬੁਲਾਵਾਂਗੇ, ਅਸੀਂ ਆਪਣਾ ਪਰਚੀ ਕੱਢਾਂਗੇ ਪ੍ਰਧਾਨਗੀ ਦੀ। ਸੋ ਇਹਨਾਂ ਹਾਲਾਤਾਂ ਦੇ ਵਿੱਚੋਂ ਜਿਹੜਾ ਪੰਥ ਜਿਹੜਾ ਗੁਜ਼ਰ ਰਿਹਾ ਤੇ ਪਬਲਿਕ ਜਿਹੜੀ ਆ ਸਾਰਾ ਕੁਝ ਜਾਣਦੀ ਹੈ। ਤੇ ਦੂਜੀ ਗੱਲ ਜਿਹੜੀ ਚੱਪੜ ਜੀ ਨੇ ਕੀਤੀ ਹੈ, ਜੇ ਇਹ ਅਸਤੀਫੇ ਕਿਉਂ ਦੇਣਗੇ? ਇਹ ਤਾਂ ਸੈਂਟਰ ਨੂੰ ਕਹਿ ਰਹੇ ਆ ਤੁਸੀਂ ਚੋਣ ਨਾ ਕਰਾਓ। ਜੇ ਅੱਜ ਅਸਤੀਫੇ ਦੇ ਦੇਣ, ਚੋਣ ਹੋ ਜੇ ਤਾਂ ਇਹਨਾਂ ਦਾ ਤਾਂ ਗਲਬਾ ਖਤਮ ਹੋ ਜਾਏਗਾ। ਉਹ ਛੱਡਣਾ ਨਹੀਂ ਚਾਹੁੰਦੇ। ਗੱਲ ਤਾਂ ਸਾਰੀ ਉੱਥੋਂ ਨਿਕਲ ਰਹੀ ਹੈ ਕਿ ਵੀ ਇਹ ਜਦੋਂ ਛੱਡਣਾ ਹੀ ਨਹੀਂ ਚਾਹੁੰਦੇ, ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ, ਤੇ ਅਸਤੀਫਾ ਕਿਉਂ ਦੇਣਗੇ? ਤੇ ਚੀਫ ਜਥੇਦਾਰ ਸਾਹਿਬ ਇਹਨਾਂ ਦੇ ਕਿਉਂ ਕਹਿਣਗੇ ਉਹਨਾਂ ਨੂੰ? ਸੋ ਇਹ ਚੀਜ਼ ਨਹੀਂ ਆਪਾਂ ਨੂੰ ਉਮੀਦ ਰੱਖਣੀ ਚਾਹੀਦੀ ਕਿ ਐਸਾ ਕੁਝ ਹੋਏਗਾ। ਆਪਾਂ ਜਵਾਬ ਲੈ ਲਈ ਪੀਰ ਮਾਮਾ ਜੀ। ਦੇਖੋ ਸਾਰੇ ਮਹਿਮਾਨਾਂ ਦੀ ਆਪੋ ਆਪਣੀ ਰਾਏ ਹੈ। ਸੁਭਾਵਿਕ ਹੈ ਕਿ ਸਾਰੇ ਸਵਾਲ ਤੁਹਾਡੇ ਵਾਲੀ ਸਿੱਧਤ ਹੈ। ਜਿੱਦਾਂ ਕਿਹਾ ਗਿਆ ਕਿ ਪਿਛਲੇ ਸਮੇਂ 'ਚ ਵੀ 2 ਸਮੇਂ ਤੇ ਉਹ ਸਰਕਾਰਾਂ ਰਹੀਆਂ, ਉਹਨਾਂ ਦੇ ਸਮੇਂ 'ਚ ਵੀ ਇਹ ਮਸਲੇ ਦਾ ਹੱਲ ਨਹੀਂ ਹੋਇਆ। ਕੇਂਦਰ ਦੇ ਨਾਲ ਭਾਈਵਾਲ ਵੀ ਰਹੀ ਹੈ, ਔਰ ਦੂਜੇ ਮੁੱਦਿਆਂ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਵੀ ਸਵਾਲ ਉੱਠ ਰਹੇ ਹੈ। ਇਸੇ ਤਰੀਕੇ ਨਾਲ SGPC ਜਿਹੜਾ ਜਨਰਲ ਹਾਊਸ ਹੈ ਉਹਦੀ ਜਿਹੜੀ ਹੈਗੀ ਹੋਂਦ ਆ, ਉਸ ਨੂੰ ਲੈ ਕੇ ਵੀ ਸਵਾਲ ਉੱਠੇ। ਇਹਨਾਂ ਸਾਰੇ ਮੁੱਦਿਆਂ ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਰਦਾਰ ਸੁਖਦੇਵ ਸਿੰਘ ਭੌਰ ਜੀ ਨੇ ਜਿਹੜੀ ਗੱਲ ਕਹੀ ਏ ਉਹ ਬਿਲਕੁਲ ਸਹੀ ਹੈ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਲੇਕਿਨ ਅੱਜ ਜਥੇਦਾਰ ਸਾਹਿਬ ਜਿਹੜੇ ਆ, ਜਿਹੜਾ ਉਹ ਬਿਆਨ ਕਰਦੇ ਉਹ ਹਰ ਮਸਲੇ ਦੇ ਉੱਤੇ ਬੋਲ ਰਹੇ ਨੇ। ਔਰ ਉਹਨਾਂ ਨੇ ਪਿਛਲੇ ਦਿਨੀ ਇਹ ਵੀ ਗੱਲ ਕਹੀ ਸੀ, ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸਭ ਤੋਂ ਉੱਪਰ ਸੁਪਰੀਮ ਸੰਸਥਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜੀ ਹੈ, ਇਹ ਜਿਹੜੀਆਂ ਸੰਸਥਾਵਾਂ ਦਿਨੋਂ ਦਿਨ ਕਮਜ਼ੋਰ ਹੋ ਰਹੀਆਂ ਨੇ। ਇਹਨਾਂ ਨੂੰ ਹੁਣ ਦੇਖੋ ਬੀਤੇ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਸ ਦੇ ਸਾਰੇ ਅਸੀਂ ਭੁਗਤ ਭੋਗੀ ਆ, ਔਰ ਉਸ ਦੀ ਸਾਈਜ਼ ਕਰਦੇ ਆ ਰਹੇ ਆ। ਮੈਂ ਖੁਦ ਕਰਦਾ ਆ ਰਿਹਾ ਸੀ ਲਗਾਤਾਰ, ਹੁਣ ਵੀ ਕਰਦਾ। ਤੁਹਾਡੇ TV ਡਿਬੇਟ ਤੇ ਤੁਹਾਨੂੰ ਯਾਦ ਹੋਵੇਗਾ ਜਿਸ ਦਿਨ ਆਪਣੀ ਗੱਲ ਰਵੀ ਸਾਹਿਬ ਤੇ ਉਸ ਦਿਨ ਇਹੋ ਹੀ ਗੱਲ ਚੱਲੀ ਸੀ ਕਿ ਸੰਸਥਾਵਾਂ ਕਿਉਂ ਟੁੱਟਦੀਆਂ ਜਾ ਰਹੀਆਂ ਨੇ। ਉਹਨਾਂ ਨੂੰ ਇਹ ਗੱਲ ਕਹੀਏ, ਇਹ ਆਪਾਂ ਜਿਹੜਾ ਇੱਥੇ ਦੇਖੋ ਅੱਜ ਆਪਾਂ 4 ਜਿਹੜੇ ਨੁਮਾਇੰਦੇ ਤੁਸੀਂ ਅਲੱਗ-ਅਲੱਗ ਆਪਣੇ ਬਿਠਾਏ ਆ, ਇਹ ਸਾਰੇ ਦਸਤਾਰਧਾਰੀ ਹੈ ਔਰ ਪੰਥ ਦੀਆਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ, ਆਪਣੀ ਆਪਣੀ ਥਾਂ ਤੇ ਨਿਭਾ ਰਹੇ ਨੇ। ਤੇ ਤੁਸੀਂ ਖੁਦ ਇੱਕ ਜਰਨਲਿਸਟ ਹੋ, ਤੇ ਆਪਾਂ ਜਦੋਂ 5 ਬੰਦੇ ਬੈਠੇ ਆ ਇੱਕ ਮਸਲੇ ਦੇ ਉੱਤੇ ਗੱਲ ਕਰ ਰਹੇ ਆ, ਜਿਸ ਨੂੰ ਆਪਾਂ ਡੀਲ ਕਰ ਰਹੇ ਆ ਗੱਲ ਨੂੰ, ਉਹ ਗੱਲ ਤਾਂ ਸਾਡੀ ਸਿੱਖ ਕੌਮ ਨਾਲ ਸੰਬੰਧਿਤ ਹੈ ਨਾ। ਉਸ ਦੇ ਉੱਤੇ ਜਿੰਨੀ ਚਿਰ ਗੰਭੀਰਤਾ ਨਹੀਂ ਹੋਵੇਗੀ, ਭੌਰ ਸਾਹਿਬ ਨੂੰ ਯਾਦ ਹੋਵੇਗਾ ਇੱਥੇ ਸਿੱਖ ਪਾਰਲੀਮੈਂਟ ਬੁਲਾਈ ਗਈ ਸੀ 2 ਦਿਨ ਦੀ, ਫਿਰ ਇਹਨਾਂ ਨੇ ਉਦੋਂ ਬਾਅਦ ਵੀ ਬੁਲਾਈ ਸੀ, ਉਹਦੇ ਵਿੱਚ ਵੀ ਇਹ ਮਸਲੇ ਵਿਚਾਰੇ ਗਏ ਸੀ ਕਿ ਸਾਨੂੰ ਅੱਜ ਆਪਾਂ ਜੋ ਬੀਤ ਚੁੱਕਾ। ਹੁਣ ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਇਲਜ਼ਾਮ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਉਹਦਾ ਗੱਠਜੋੜ ਹੈ, ਉਸ ਗੱਠਜੋੜ ਦੇ ਦਰਮਿਆਨ ਬਹੁਤ ਕੁਝ ਮਾੜਾ ਵਾਪਰਿਆ, ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਨਾਲ ਨਾਤਾ ਤੋੜਿਆ। ਤੇ ਜਿੰਨੇ ਸਾਡੀਆਂ ਸਿੱਖ ਲੀਡਰਸ਼ਿਪ ਜਿਹੜੀ ਬਾਕੀ ਹੈ, ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ 'ਚ, ਉਹ ਭਾਜਪਾ ਦੇ ਨਾਲ ਗਲਵਕੜੀ ਪਾ ਰਹੀ ਹੈ। ਉਹਦੇ ਵਿੱਚ ਕੋਈ ਸੰਗ ਨਹੀਂ ਕੀਤਾ ਜਾ ਰਿਹਾ ਕਿਸੇ ਵੱਲੋਂ। ਉਹ ਕਹਿੰਦੇ ਬਾਏ ਹੁੱਕ ਬਾਏ ਕਰੁੱਕ ਕਿ ਅਸੀਂ ਭਾਵੇਂ BJP ਦੇ ਨਾਲ ਜਿਵੇਂ ਮਰਜ਼ੀ ਸਾਡੀ ਗੱਲ ਹੋਵੇ, ਸਾਨੂੰ ਤਾਂ ਮੇਨ ਮਕਸਦ ਹੈ ਕਿ ਅਸੀਂ ਆਪਣੀ। ਪੀਰ ਮਾਮਾ ਜੀ ਬਿਲਕੁਲ, ਪੀਰ ਮਾਮਾ ਜੀ ਭਾਜਪਾ ਵਾਲੇ ਮੁੱਦੇ ਤੇ ਮੈਂ ਸਵਾਲ ਤੁਹਾਡੇ ਕੋਲੋਂ ਲੈਣਾ, ਪਰ ਇੱਕ ਛੋਟਾ ਜਿਹਾ ਜਿਹੜਾ ਪੌਰ ਸਾਹਿਬ ਨੇ ਵੀ ਗੱਲ ਕੀਤੀ ਸੀ, ਉਹ ਕਹਿੰਦੇ ਦੇਖੋ TV ਚੈਨਲ ਦੀ ਗੱਲ ਹੋਈ ਤਾਂ ਉਦੋਂ ਵੀ ਜਿਹੜਾ ਹੈਗਾ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ। ਇਹ ਵੀ 1 ਸੈਕਿੰਡ ਮੈਂ ਹੋਰ ਲਵਾਂਗਾ, 1 ਸੈਕਿੰਡ ਪੀਰ ਮਾਮਾ ਜੀ ਹੋਰ ਲਵਾਂਗਾ। ਇੱਦਾਂ ਉਹਨਾਂ ਨੇ ਕਿਹਾ ਕਿ ਵੀ ਜਦੋਂ ਆਪਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਾਂ ਕਿਉਂ ਲੇਲੜੀਆਂ ਕੱਢਦੇ ਹਾਂ, ਹੁਣ ਲੇਲੜੀਆਂ ਕੱਢਣ ਤੋਂ ਗੱਲ ਅੱਗੇ ਨਹੀਂ ਤੁਰਦੀ ਨਾ, ਇਸ ਕਰਕੇ ਸਵਾਲ ਵੀ ਉਠਾ ਰਿਹਾ। ਆਪਾਂ ਭਾਜਪਾ ਦੇ ਮੁੱਦੇ ਤੇ ਵੀ ਗੱਲ ਕਰਾਂਗੇ, ਪਰ ਸਵਾਲ ਇਹ ਵੀ ਹੈ ਜਿਹੜੀ ਮੈਂ ਗੱਲ ਕਰ ਰਿਹਾ। ਦੇਖੋ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ TV ਚੈਨਲ ਹੈ, ਇਹ ਅੱਜ ਦੀ ਮੰਗ ਨਹੀਂ। ਤੁਸੀਂ ਪਿੱਛੇ ਬੀਤੇ ਦੇ ਵਿੱਚ ਜਾਓ,
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਉਸ ਤੋਂ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਹੋਰਾਂ ਨੇ ਇੱਕ ਟਰਾਂਸਮੀਟਰ ਲਾਇਆ ਸੀ, ਉਦੋਂ ਬੜੀ ਚਰਚਾ ਹੋਈ ਸੀ ਕਿ ਉਹ ਕਹਿੰਦੇ ਸੀ ਕਿ ਅਸੀਂ ਗੁਰਦੁਆਰਾ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਤੋਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੋਣਾ ਚਾਹੀਦਾ। ਪੀਰ ਮਾਮਾ ਜੀ ਉਹ ਗੱਲ ਸਾਰੀ ਠੀਕ ਹੈ। ਦੇਖੋ ਪਤਾ ਕੀ ਇਤਿਹਾਸ ਦੇ ਵਿੱਚ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਕਿ ਪਾਣੀ ਪੁਲਾਂ ਹੇਠ ਦੀ ਬਹੁਤ ਸਾਰਾ ਗੁਜ਼ਰ ਗਿਆ, ਬਹੁਤ ਸਾਰੀਆਂ ਬੀਤੇ ਦੀਆਂ ਗੱਲਾਂ ਹੈਗੀਆਂ, ਠੀਕ ਹੈ ਤੁਹਾਡੀ ਗੱਲ, ਪਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ। ਮੈਂ ਇਹ ਗੱਲ ਕਹਿਣਾ ਕਿ ਇਹ ਇਕੱਲਾ ਇਹ ਜਿਹੜਾ ਮਸਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਲੀਡਰਸ਼ਿਪ ਦੀ ਤਾਂ ਜ਼ਿੰਮੇਵਾਰੀ ਹੈਗੀ ਏ। ਇਹ ਬੀਤੇ ਦੇ ਵਿੱਚ ਸਾਡੇ ਕੋਲ ਬੜੀ ਵੱਡੀ ਕਿਤਾਈ ਹੋਈ ਏ। ਇਹ ਹੁਣ ਦੇਖੋ ਭੌਰ ਸਾਹਿਬ ਵੀ ਬੜੀਆਂ ਵੱਡੀ ਜ਼ਿੰਮੇਵਾਰੀ ਪ੍ਰਧਾਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਐਕਟਿੰਗ ਪ੍ਰਧਾਨ ਦੇ ਤੌਰ ਤੇ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ। ਇਹ ਤਾਂ ਇਹ ਦੱਸ ਸਕਦੇ ਨੇ ਕੀ ਮਜਬੂਰੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਟੀਵੀ ਸਟੇਸ਼ਨ ਕਿਉਂ ਨਹੀਂ ਬਣਾ ਸਕੇ, ਟੀਵੀ ਚੈਨਲ ਕਿਉਂ ਨਹੀਂ ਬਣਾ ਸਕੇ ਹੁਣ ਤੱਕ। ਇਸ ਮੁੱਦੇ ਤੇ ਆਪਾਂ ਜਵਾਬ ਲੈਣੇ, ਮੁੱਦੇ ਹੋਰ ਵੀ ਹੈਗੇ, ਮੈਂ ਫੇਰ ਆਵਾਂਗਾ ਤੁਹਾਡੇ ਵੱਲ ਇਹਨਾਂ ਮੁੱਦਿਆਂ ਦੇ। ਪੌਰ ਸਾਹਿਬ ਜਿਹੜੀ ਗੱਲ ਕੀਤੀ ਇਹਨਾਂ ਨੇ ਚੈਨਲ ਦਾ, ਤਾਂ ਚਲੋ ਇੱਕ ਮੁੱਦਾ ਹੈਗਾ, ਆਪਣੀ ਬਹਿਸ ਦਾ ਇਹ ਮੁੱਖ ਧੁਰਾ ਨਹੀਂ ਹੈਗਾ, ਇੱਕ ਚਰਚਾ ਦਾ ਇੱਕ ਹਿੱਸਾ ਜ਼ਰੂਰ ਆਇਆ ਇਸ ਗੱਲ ਤੇ, ਪਰ ਮੁੱਖ ਮੁੱਦੇ ਤੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਤਾਂ ਪੀਰ ਮਾਮਾ ਜੀ ਨੇ ਕਿਹਾ ਵੀ ਜਿਹੜੀਆਂ ਧਿਰਾਂ ਕਹਿੰਦੀਆਂ ਸੀ ਕਿ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਤੋੜੋ, ਅਸੀਂ ਤਾਂ ਕਹਿੰਦੇ ਨਾਤਾ ਤੋੜ ਲਿਆ, ਹੁਣ ਦੂਜੀਆਂ ਧਿਰਾਂ ਭਾਜਪਾ ਨਾਲ ਜੱਫੀਆਂ ਪਾ ਰਹੀਆਂ। ਨਹੀਂ ਤੋੜਿਆ ਕਦੋਂ, ਜਦੋਂ ਬੇੜਾ ਗਰਕ ਹੋ ਗਿਆ। ਅਜੇ ਵੀ ਕੋਠੇ ਚੜ ਆਵਾਜ਼ਾਂ ਮਾਰੀਆਂ ਜਾ ਰਹੀਆਂ ਵੀ ਸਾਨੂੰ ਹਿੱਕਾਂ ਲਾ ਲਵੇ ਤਾਂ ਉਹੀ ਜਦੋਂ ਮਰਜ਼ੀ ਲੱਗ ਸਕਦੇ। ਕੋਈ ਸਾਰੀ ਦੁਨੀਆ ਨੂੰ ਪਤਾ ਸੱਤਾ ਦੇ ਜਿਹੜੇ ਲਾਲਚੀ ਲੋਕ ਹੁੰਦੇ ਆ ਨਾ, ਉਹ ਨਾ ਸਿਰਫ ਨੂੰ ਕੁਝ ਸਮਝਦੇ ਆ ਨਾ ਸੰਸਥਾ ਨੂੰ ਕੁਝ ਸਮਝਦੇ। ਇਹਨਾਂ ਨੇ ਕਿਹਾ ਵੀ ਉਹ ਦੱਸੋ ਜੀ ਟੀਵੀ ਚੈਨਲ ਦਾ ਕੀ ਹੋ ਸਕਦਾ। ਮੈਂ ਇਹ ਦੱਸਦਾ ਵੀ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਅਕਾਲ ਤਖਤ ਸਾਹਿਬ ਜਦੋਂ ਆਦੇਸ਼ ਦਿੰਦਾ ਉਹਦਾ ਕੋਈ ਮਤਲਬ ਨਹੀਂ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਦੇਸ਼ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਵੇ ਤੇ ਉਸ ਆਦੇਸ਼ ਦੀ ਪੂਰਤੀ ਜਿਵੇਂ ਉਹਦੀ ਪੂਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਦੀ। ਇਹ ਆਦੇਸ਼ ਦਿੱਤਾ ਸੀ ਜਥੇਦਾਰ ਨੇ ਵੀ ਤੁਸੀਂ ਜਾ ਕੇ ਕਿਸੇ ਲਾਲੇ ਦੇ ਦਿੱਲੀ ਦੇ ਲਾਲੇ ਦਾ ਕਿਹਾ ਸੀ ਉਹਨਾਂ ਨੇ, ਦਿੱਲੀ ਦੇ ਲਾਲੇ ਦੇ ਕੇ ਮਿਲਣੀਆਂ ਮਤਲਬ ਸਾਡਾ ਇੰਨਾ ਬੇੜਾ ਹੋ ਗਿਆ, ਅਸੀਂ ਇੱਕ ਐਸਟੀਐਮ ਦੇ ਮੂਹਰੇ ਕਰਨ ਦੀ ਮਾਰ ਨਹੀਂ ਵੀ ਸਾਡਾ ਮੈਮੋਰੰਡਮ ਪੜ੍ਹ ਲੈਣੇ ਤਾਂ ਅਸੀਂ ਧਰਨੇ ਤੇ ਬਹਿ ਜਾਂਦੇ। ਕੀ ਕਰੂਗਾ ਐਸਟੀਐਮ ਤੋਂ ਮੈਮੋਰੰਡਮ ਉਹਦਾ ਕੋਈ ਹੱਲ ਕਰ ਦੋ। ਜੇ ਮੁਜ਼ਾਹਰਾ ਕਰਨਾ, ਜੇ ਸਿਆਪਾ ਕਰਨਾ, ਜੇ ਸਹੀ ਮੈਨਾਂ ਵਿੱਚ ਬੰਦੀ ਸਿੰਘ ਤਾਂ ਨਹੀਂ ਕਰ ਸਕਦੇ, ਫਿਰ ਮੋਦੀ ਦੇ ਦਰ ਮਰਨੇ ਚਾਹੀਦੇ, ਐਸਟੀ ਦਰ ਨਹੀਂ ਕਰਨੇ ਚਾਹੀਦੇ। ਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ, ਇਹ ਜਿਹੜੇ ਬੰਦੀ ਸਿੰਘ ਹੈ 32 ਸਾਲ ਜੇਲ੍ਹਾਂ ਵਿੱਚ ਬੈਠੇ ਆ ਪੰਥ ਦੀ ਖਾਤਰ, ਤੇ ਮੈਂ ਪੁੱਛਣਾ ਚਾਹੁੰਦਾ ਵੀ 32 ਸਾਲ ਕਿਹਨਾਂ ਦਾ ਰਾਜ ਰਿਹਾ? ਪਾਕਿਸਤਾਨ ਦਾ ਜਿਹੜੇ ਹੁਣ ਅੱਜ ਤਰਲੇ ਮਾਰ ਰਹੇ, ਅੱਜ ਮਗਰਮੱਛ ਦੇ ਅਥਰੂ ਪੀ ਰਹੇ, ਉਹਨਾਂ ਨੇ ਰਾਜ ਕੀਤਾ। ਤੇ ਉਸ ਵੇਲੇ ਕਿਉਂ ਨਹੀਂ ਬੰਦੀ ਸਿੰਘ ਕੀਤੀ? ਉਸ ਵੇਲੇ ਕਿਉਂ ਨਹੀਂ ਆਏ ਜਿਹਨਾਂ ਲੋਕਾਂ ਨੇ ਜਿਹੜੀ ਹੁਣ ਤਸਵੀਰ ਲਾਈ ਆ ਭਾਈ ਬਲਵਿੰਦਰ ਸਿੰਘ ਜੀ, ਜਿਹਨਾਂ ਲੋਕਾਂ ਨੇ ਉਹਦਾ ਸਾਰਾ ਛੋਟੇ ਛੋਟੇ ਬੱਚੇ ਵੀ ਨਹੀਂ, ਉਹਨਾਂ ਨੂੰ ਡੀਜੀਪੀ ਲਾਇਆ, ਉਸ ਵੇਲੇ ਨਹੀਂ ਸੀ ਬੰਦੀ ਸਿੰਘ ਜੀ। ਜਿਹਨਾਂ ਲੋਕਾਂ ਦੀ ਖਾਤਰ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਪਿਛਲੇ ਜਿਹੜੇ ਸੀ ਉਹਨਾਂ ਨੇ ਬੁਕਿੰਗ ਕੀਤਾ, ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਲਈ ਸੰਸਥਾ ਸੜਕਾਂ ਤੇ ਆ ਗਈ। ਆਪਾਂ ਜਵਾਬ ਲੈ ਲਈਏ, ਫਿਰ ਗੱਲ ਕਈ ਵਾਰ ਲੰਬੀ ਵੀ ਹੋ ਜਾਂਦੀ ਹੈ। ਪੀਰ ਮਾਮਾ ਜੀ ਸਿੱਧੇ ਤੌਰ ਤੇ ਸਵਾਲ ਕਿਉਂਕਿ ਤੁਹਾਡੇ ਵੱਲ ਕੀਤੇ ਗਏ ਇਸ ਮੁੱਦੇ ਨੂੰ ਲੈ ਕੇ, ਕਹਿੰਦੇ ਵੀ ਹੁਣ ਜਿਉਂ ਆਪਾਂ ਗੱਲ ਕਰਦੇ ਹਾਂ 32 ਸਾਲ ਜਿਨ੍ਹਾਂ ਨੇ ਰਾਜ ਕੀਤਾ, ਉਦੋਂ ਕਿਉਂ ਨਹੀਂ ਉਹ ਡੀਜੀਪੀ ਉਹ ਜਿਹੇ ਲਗਾਏ ਗਏ ਜਿਹੜੇ ਕਿ ਤਸ਼ੱਦਦ ਕਰਦੇ ਸੀ? ਇਹਨਾਂ ਮੁੱਦਿਆਂ ਤੇ ਮੈਂ ਸੰਖੇਪ ਜਵਾਬ ਚਾਹਾਂਗਾ ਤਾਂ ਕਿ ਅੱਗੇ ਮਹਾਨਾ ਤੋਂ ਫਿਰ ਮੈਂ ਸਵਾਲ ਲੈ ਸਕਾਂ। ਦੇਖੋ ਸਿੱਧੂ ਸਾਹਿਬ ਇਹ ਕਈ ਵਾਰ ਆਪਾਂ ਰਿਪੀਟ ਕਰ ਚੁੱਕੇ ਹਾਂ, ਇਹ ਸਾਰੀਆਂ ਘਟਨਾਵਾਂ ਬਹੁਤ ਮਾੜੀਆਂ ਹੋਈਆਂ ਨੇ, ਇਹ ਨਹੀਂ ਸੀ ਹੋਣੀਆਂ ਚਾਹੀਦੀਆਂ। ਇਸੇ ਕਰਕੇ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਨਹੀਂ ਹੈਗਾ, ਉਹਦਾ ਇੱਕ ਮੇਨ ਕਾਰਨ ਇਹ ਸਮਝ ਲਓ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਰਾਜ ਭਾਗ ਮਿਲਿਆ ਹੈ ਉਹ ਕੋਈ ਉਹਨਾਂ ਦੇ ਕੋਲ ਕੋਈ ਰਾਜਨੀਤਿਕ ਕੋਈ ਨਹੀਂ ਸੀ ਹੈਗਾ, ਕੋਈ ਹੋਰ ਚੀਜ਼, ਸਿਰਫ ਤੇ ਸਿਰਫ ਸਾਡੀਆਂ ਗਲਤੀਆਂ ਕਰਕੇ ਹੀ ਉਹ ਰਾਜ ਭਾਗ ਦੇ ਵਿੱਚ ਆਏ ਆ। ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਰਹਿਣਾ? ਕੀ ਅਸੀਂ ਇਸ ਨੂੰ ਠੀਕ ਕਰਨਾ? ਜੇ ਠੀਕ ਕਰਨਾ ਤਾਂ ਕਿੰਨਾ ਕਰਨਾ? ਸਿੱਖਾਂ ਨੇ ਕਰਨਾ, ਪੰਜਾਬੀਆਂ ਨੇ ਕਰਨਾ, ਆਪਣੀ ਕੌਮ ਦੇ ਜਿਹੜੇ ਸੁਹਿਰਦ ਲੋਕ ਨੇ ਉਹਨਾਂ ਨੇ ਕਰਨਾ ਠੀਕ ਇਹਨੂੰ। ਚਲੋ ਤੁਹਾਡੀ ਗੱਲ ਆ ਗਈ। ਪੌਰ ਸਾਹਿਬ ਤੁਹਾਨੂੰ ਮੈਂ ਵਿੱਚੋਂ ਟੋਕਿਆ ਸੀਗਾ, ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਕਹਿੰਦੇ ਵੀ ਹੁਣ ਤਾਂ ਆਪਾਂ ਗਲਤੀਆਂ ਠੀਕ ਕਰਦੇ ਆਂ, ਹੁਣ ਠੀਕ ਕਰ ਲਓ। ਇੱਕ ਬੇਨਤੀ ਹੈ, ਜੇ ਜਥੇਦਾਰ ਸਾਹਿਬ ਦੀ ਸੁਹਿਰਦਤਾ ਨੂੰ ਪਰਖਣਾ ਹੋਵੇ ਜੀ, ਅੱਜ ਉਹ ਕਹਿੰਦੇ ਆ ਪੰਥ ਖਤਰੇ ਵਿੱਚ। ਜੇ ਅਕਾਲੀ ਦਲ ਹਾਰ ਜਾਂਦਾ ਤੇ ਉਹ ਬਿਆਨ ਦਿੰਦੇ ਆ ਵੀ ਜਿਹੜੀ ਕੌਮ ਹੈ ਸਾਡੀ ਬਦਤਮੀਜ਼ ਹੋ ਗਈ, ਸਿੱਖ ਬਦਤਮੀਜ਼ ਹੋ ਗਏ, ਇਹ ਵੋਟ ਨਹੀਂ ਪਾਉਂਦੇ ਅਕਾਲੀ ਦਲ। ਅੱਜ ਉਹ ਕਹਿੰਦੇ ਪੰਥ ਖਤਰੇ ਵਿੱਚ। ਪੰਥ ਨੂੰ ਤਾਕਤ ਦੇਣੀ ਚਾਹੀਦੀ ਹੈ, ਪੰਥ ਬਹੁਤ ਕਮਜ਼ੋਰ ਹੋ ਗਿਆ।
ਫਿਰ ਇਹ ਤਫਤੀਸ਼ ਵੀ ਕਰਾਉਣੀ ਚਾਹੀਦੀ ਹੈ, ਪੰਥ ਕਮਜ਼ੋਰ ਕੀਤਾ ਕਿਹਨੇ? ਪੰਥ ਕੌਮ ਨੇ ਕਮਜ਼ੋਰ ਕੀਤਾ, ਜਿੱਥੋਂ ਲੋਕਾਂ ਨੇ ਪੰਥ ਨੂੰ ਕਮਜ਼ੋਰ ਕੀਤਾ ਉਹ ਬੰਨਣ ਥੰਮਣਿਆਂ ਦੇ ਨਾਲ ਆਪਣੇ ਪੰਥ ਕਮਜ਼ੋਰ। ਬਿਲਕੁਲ ਠੀਕ ਜਿਹੜਾ ਹੈਗਾ ਪੰਥ ਕਿਉਂ ਕਮਜ਼ੋਰ ਹੋਇਆ। ਜੋਗਾ ਸਿੰਘ ਜੀ, ਇਸ ਮਾਮਲੇ ਤੇ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ। ਜੋ ਪੌਰ ਸਾਹਿਬ ਨੇ ਕਿਹਾ ਜੇ ਪੰਥ ਕਮਜ਼ੋਰ ਹੋਣ ਦੀ ਗੱਲ ਜਥੇਦਾਰ ਸਾਹਿਬ ਕਰਦੇ ਹੈ ਤਾਂ ਫਿਰ ਪੰਥ ਕਿਉਂ ਕਮਜ਼ੋਰ ਹੋਇਆ? ਔਰ ਇਹੋ ਜਿਹਾ ਪੰਥ ਫਿਰ ਆਪਣੇ ਜਿਨ੍ਹਾਂ ਨੂੰ ਯੋਧਾ ਸ਼ਬਦ ਵਰਤਿਆ ਇਹਨਾਂ ਨੇ ਸਿੰਘ ਸਾਹਿਬ ਨੇ ਕਿ ਵੀ ਯੋਧੇ ਸਾਡੇ ਅੰਦਰ ਬੈਠੇ ਹੈ ਤੇ ਅਸੀਂ ਲੜਾਈ ਲੜ ਰਹੇ ਹਾਂ ਕਬਜ਼ਿਆਂ ਦੀ, ਫਿਰ ਉਹਨਾਂ ਯੋਧਿਆਂ ਦੀ ਲੜਾਈ ਲੜਨ ਵਾਲੇ ਕਿੱਥੇ ਗਏ? ਨਹੀਂ ਸਿੱਧੂ ਸਾਹਿਬ, ਅਸੀਂ ਤਾਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਨਾ ਪੰਥ ਨੂੰ ਕੋਈ ਖਤਰਾ ਹੈ। ਜੇ ਖਤਰਾ ਹੈ ਤਾਂ ਬਾਦਲ ਪਰਿਵਾਰ ਨੂੰ, ਬਾਦਲ ਦੇ ਕੁਨਬੇ ਨੂੰ ਖਤਰਾ ਹੈ, ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਲੋਕਾਂ ਨੂੰ ਖਤਰਾ ਹੈ, ਜਿਹੜੇ ਅਕਾਲੀ ਦਲ ਦੇ ਵਿੱਚ ਆ ਕੇ ਆਪਣੇ ਪਰਿਵਾਰ ਨੂੰ ਤੇ ਵਪਾਰ ਨੂੰ ਵਧਾ ਫੁੱਲ ਰਹੇ ਸੀ। ਜੇ ਅੱਜ ਕਮਜ਼ੋਰ ਹੋਇਆ ਹੈ, ਦੇਖੋ ਹੁਣ ਪ੍ਰਧਾਨਗੀ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਛੱਡ ਰਿਹਾ? ਉਹਨੂੰ ਇਹ ਹੈ ਕਿ ਜੇ ਮੈਂ ਇੱਕ ਵਾਰੀ ਪ੍ਰਧਾਨਗੀ ਛੱਡਤੀ, ਕੋਈ ਚੰਗੇ ਪੰਥਕ ਸੋਚ ਵਾਲੇ ਬੰਦੇ ਅੱਗੇ ਆ ਗਏ ਤਾਂ ਮੈਨੂੰ ਤਾਂ ਕਿਸੇ ਨੇ ਸਰਕਲ ਜਥੇਦਾਰ ਨਹੀਂ ਲਾਉਣਾ। ਸੋ ਅੱਜ ਜੇਕਰ ਖਤਰਾ ਹੈ ਤਾਂ ਖਤਰਾ ਦਾ ਬਾਦਲ ਪਰਿਵਾਰ ਨੂੰ ਜਾਂ ਉਹਦੇ ਲੋਟੂ ਟੋਲੇ ਨੂੰ ਖਤਰਾ ਹੈ। ਅੱਜ ਜੇ ਜਥੇਦਾਰ ਸਾਹਿਬ ਦੀ ਸਹਿਰਦਤਾ ਦੀ ਗੱਲ ਜਿਵੇਂ ਭੌਰ ਸਾਹਿਬ ਨੇ ਕੀਤੀ ਹੈ ਪਰਖਣੀ ਹੈ, ਤਾਂ ਜਥੇਦਾਰ ਕਲੀਅਰ ਕਹੇ ਕਿ ਭਾਈ ਤੁਹਾਡੇ ਕਰਕੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ, ਤੁਹਾਡੇ ਕਰਕੇ ਰਾਮ ਰਹੀਮ ਦੇ ਡੇਰਿਆਂ ਦੇ ਵਿੱਚ ਇਹ ਕੁਝ ਹੋਇਆ, ਤੁਹਾਡੇ ਕਰਕੇ ਗੁਰੂ ਸਾਹਿਬ ਨੂੰ ਚੋਰੀ ਕਰਨ ਦੇ ਪਰਚੇ ਲੱਗੇ। ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਥੇਦਾਰ ਇੱਕ ਅਨਾਉਂਸਮੈਂਟ ਕਰੇ ਕਿ ਤੁਸੀਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦਿਓ, ਕੋਈ ਕਮੇਟੀ ਬਣਾਵੇ ਜਥੇਦਾਰ ਅਕਾਲ ਤਖਤ ਸਾਹਿਬ। ਜੇਕਰ ਉਹ ਆਪਣੀ ਸਿਹਰਤਤਾ ਦੀ ਗੱਲ ਕਰਦਾ ਹੈ ਸਿੰਘ ਸਾਹਿਬ ਭਾਈ ਬਹੁਤ ਵੱਡਾ ਸਵਾਲ ਹੈ ਜੋਗਾ ਸਿੰਘ ਜੀ, ਬਹੁਤ ਵੱਡਾ ਸਵਾਲ ਹੈ ਜਿਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਹੋ। ਮੈਂ ਸੰਖੇਪ ਦੇ ਵਿੱਚ ਪੀਰ ਮੁਹੰਮਦ ਜੀ ਜ਼ਰੂਰ ਇਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ, ਕਮੈਂਟਸ ਆਂਗਾ, ਕਿਉਂਕਿ ਜਿਸ ਤਰੀਕੇ ਨਾਲ ਜੋਗਾ ਸਿੰਘ ਜੀ ਕਹਿੰਦੇ ਆ, ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਪਿਛਲੀਆਂ ਗਲਤੀਆਂ ਜਿਹੜੀਆਂ ਹੈਗੀਆਂ ਸੁਧਾਰ ਕੇ ਸਾਨੂੰ ਇਕੱਠੇ ਇਹਨਾਂ ਮੁੱਦਿਆਂ ਤੇ ਲੜਨਾ ਚਾਹੀਦਾ। ਅਕਾਲ ਸਾਹਿਬ ਦੇ ਜਥੇਦਾਰ ਵੀ ਕਹਿ ਰਹੇ ਕਿ ਪੰਥਕ ਏਕਾ ਕਰਨ ਦੀ ਲੋੜ ਹੈ, ਮਜ਼ਬੂਤੀ ਦਿਖਾਉਣ ਦੀ ਲੋੜ ਹੈ। ਤੇ ਜੋਗਾ ਸਿੰਘ ਜੀ ਕਹਿੰਦੇ ਫਿਰ ਇੱਕ ਪ੍ਰਧਾਨਗੀ ਲਈ ਕਿਉਂ ਆਪਾਂ ਜਿਹੜਾ ਸਿਰੜ ਬਣਾਇਆ ਵਾ ਕਿ ਇਸ ਤੋਂ ਬਿਨਾਂ ਬਾਕੀ ਸਾਰਾ ਕੁਝ ਕੀਤਾ ਜਾ ਸਕਦਾ ਹੈ, ਇਹ ਪ੍ਰਧਾਨਗੀ ਨਹੀਂ ਛੱਡੀ ਜਾ ਸਕਦੀ, ਫਿਰ ਇਕੱਠੇ ਹੋਣਾ ਲੜਨਾ। ਤੋਂ ਕਹਿੰਦੇ ਫਿਰ ਇੱਕ ਝੰਡੇ ਹਟਾਓ ਨਾ, ਜੋ ਅਕਾਲ ਸਾਹਿਬ ਦੇ ਜਥੇਦਾਰ ਕਹਿ ਰਹੇ ਆ। ਪੀਰ ਮੁਹੰਮਦ ਜੀ ਦੇਖੋ ਚਾਹੇ ਚੱਪੜ ਸਾਹਿਬ ਬੋਲ ਰਹੇ ਆ, ਚਾਹੇ ਸਰਦਾਰ ਅਮਰਿੰਦਰ ਸਿੰਘ ਬੋਲ ਰਹੇ, ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਗੱਲ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੀਆਂ ਬਾਹਰਲੀਆਂ ਧਿਰਾਂ ਨੇ, ਜਿੰਨੀਆਂ ਵੀ ਧਿਰਾਂ ਨੇ, ਉਹਨਾਂ ਦਾ ਅੱਜ ਜਿਹੜਾ ਇਸ ਮਸਲੇ ਦੇ ਉੱਤੇ ਇੱਕ ਵਿਊ ਪੁਆਇੰਟ ਇੱਕੋ ਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਹੈ ਇਹ ਬਹੁਤ ਮੰਦਭਾਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਉਹ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਵਿਸ਼ੇਸ਼ ਦਾ ਤਾਂ ਹੈ ਨਹੀਂਗਾ। ਜਿੰਨੀਆਂ ਵੀ ਧਿਰਾਂ ਆਪਾਂ ਸਾਰੇ ਜਿਹੜੇ ਅਲੱਗ-ਅਲੱਗ ਚੱਲ ਰਹੇ ਆ, ਆਪਾਂ ਸੁਹਿਰਦ ਹੋ ਕੇ ਕਦੇ ਕੋਈ ਪ੍ਰੋਗਰਾਮ ਦੇ ਵਿੱਚ, ਜਿਵੇਂ ਆਪਾਂ ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਆਪਾਂ ਸਾਂਝਾ ਯਤਨ ਕਰੀਏ, ਮੀਟਿੰਗ ਦੇ ਵਿੱਚ ਆ ਗਏ ਸਾਡੇ ਆਪਣੀ ਜਿਹੜੀ ਕਮੇਟੀ ਬਣਾਈ ਗਈ, ਫਿਰ ਕਮੇਟੀ ਦੀ ਉਹ ਮੀਟਿੰਗ ਵੀ ਅਟੈਂਡ ਕਰ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਬਿਲਕੁਲ ਜਿਹੜਾ ਤੁਹਾਡੀ ਪਹਿਲੇ ਦਿਨ ਸੀ ਜੀ। ਪੀਰ ਮੁਹੰਮਦ ਜੀ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ। ਮੈਂ ਚਾਹੁੰਦਾ ਇਸ ਮਾਮਲੇ ਤੇ ਅਮਰਿੰਦਰ ਜੀ ਤੁਹਾਡਾ ਵੀ ਬੜਾ ਤਜਰਬਾ ਹੈ, ਤੁਸੀਂ ਵੀ ਪੰਥਕ ਧਿਰਾਂ ਨਾਲ ਨੇੜ ਤੋਂ ਜੁੜੇ ਹੀ ਨਹੀਂ, ਅਮਲੀ ਤੌਰ ਤੇ ਵੀ ਤੁਸੀਂ ਬਹੁਤ ਕੁਝ ਹੰਡਾਇਆ। ਜੋ ਪੀਰ ਮੁਹੰਮਦ ਜੀ ਕਹਿ ਰਹੇ ਹੈ ਕਿ ਵੀ ਫਿਰ ਕਿਉਂ ਆਪਾਂ ਇਸ ਤਰ੍ਹਾਂ ਦੇ ਵਖਰੇਵੇਂ ਵਾਲੀ ਗੱਲ ਕਰਦੇ ਹਾਂ, ਹਸ਼ਰ ਜਿਹੜਾ ਹੁੰਦਾ ਜਿਸ ਤਰੀਕੇ ਦੇ ਨਾਲ ਵਾਪਰਦੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਮਾਮਲਿਆਂ ਤੇ ਫਿਰ ਕਿਉਂ ਨਹੀਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾ ਸਕਦਾ? ਉਹ ਕਹਿੰਦੇ ਸਾਂਝੇ ਧਰਨੇ ਦੇ ਕੇ ਤੇ ਸਾਂਝੀਆਂ ਗੱਲਾਂ ਕਰਕੇ ਫੇਰ ਅੱਡੋਡੀ ਹੋ ਜਾਂਦੇ ਆ। ਬਿਲਕੁਲ ਪੀਰ ਮੁਹੰਮਦ ਸਾਹਿਬ ਬੜੇ ਭੋਲੇਪਨ ਨਾਲ ਦੇਖੋ ਗੁੰਮਰਾਹ ਕਰ ਰਹੇ ਆ ਪੰਥ ਨੂੰ, ਤੇ ਐਡਾ ਭੋਲਾਪਨ ਪੰਥ ਐਡਾ ਭੋਲਾ ਨਹੀਂ ਰਿਹਾ ਹੁਣ। ਬਈ ਛਤਰੀ ਸੁਖਬੀਰ ਬਾਦਲ ਦੀ ਹੋਊਗੀ, ਆ ਜਾਓ ਸਾਰੇ ਇਕੱਠੇ। ਇਹ ਕਿਵੇਂ ਸੰਭਵ ਹੋ ਸਕਦਾ? ਜਿਹੜਾ ਬੰਦਾ ਰਾਮ ਰਹੀਮ ਨਾਲ ਗਲਵੱਕੜੀ ਪਾਈ ਫਿਰਦਾ ਹੋਵੇ, ਜਿਹਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਹੋਵੇ, ਉਹਦੀ ਛਤਰੀ ਥੱਲੇ ਕਿਵੇਂ ਇਕੱਠੇ ਹੋ ਜਾਣਗੇ? ਗੱਲ ਤਾਂ ਇਹ ਹੈ। ਜਿਸ ਦਿਨ ਕਮੇਟੀ ਬਣਾਈ ਗਈ ਸੀ, ਕਮੇਟੀ ਨੂੰ ਫਿਰ ਪ੍ਰਵਾਨ ਨਹੀਂ ਸੀ ਕਰਨਾ ਚਾਹੀਦਾ। ਚਲੋ ਵਿੱਚ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਉਮੀਦ ਹੋਊਗੀ ਕਿ ਜਥੇਦਾਰ ਸਾਹਿਬ ਕੁਝ ਕਰ ਲੈਣਗੇ। ਤੇ ਦੂਜੀ ਗੱਲ ਜਿਹੜੀ ਹੈ, ਦੇਖੋ ਜਥੇਦਾਰ ਸਾਹਿਬ ਦੇ ਜਿਹੜੀ ਭਰੋਸੇਯੋਗਤਾ ਦੀ ਗੱਲ ਹੈ, ਭੌਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਹੁਕਮ ਦਾ ਆਦੇਸ਼ ਦਿੱਤਾ ਕਿ ਟੀਵੀ ਚੈਨਲ ਆਪਣਾ ਬਣਾਇਆ ਜਾਵੇ। ਟੀਵੀ ਚੈਨਲ ਅੱਜ ਤੱਕ ਨਹੀਂ ਬਣਿਆ ਤੇ ਜਥੇਦਾਰ ਸਾਹਿਬ ਨੇ ਫੋਲੋ ਅਪ ਕੀਤਾ। ਉਹ ਬੰਦੇ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦੇਣ ਨਾ, ਸਾਰੇ ਪੰਥ ਨੂੰ ਕਹਿ ਦੇਣ ਇਹ ਬੰਦੇ ਮੇਰਾ ਕਹਿਣਾ ਨਹੀਂ ਮੰਨਦੇ, ਇਹਨਾਂ ਨੂੰ ਸ਼ੰਟ ਆਊਟ ਕਰੋ ਇੱਥੋਂ, ਲੇਕਿਨ ਉਹ ਨਹੀਂ ਕਰ ਰਹੇ।
ਕਿਉਂਕਿ ਉੱਪਰੋਂ ਜਿਹੜਾ ਉਹਨਾਂ ਨੂੰ ਐਕਟਿੰਗ ਜਿਹੜਾ ਐ ਕਰਕੇ ਰੱਖਿਆ ਹੋਇਆ ਵੀ ਐਕਟਿੰਗ ਕਰੀ ਜਾਓ, ਤਾਂ ਉਹ ਜਿਹੜੀ ਚੀਜ਼ ਐ ਮਤਲਬ ਕਠਪੁਤਲੀ ਬਣਾਇਆ ਹੋਇਆ ਉਹ ਉਹਨੂੰ ਕੰਮ ਨਹੀਂ ਕਰਨ ਦੇ ਰਿਹਾ। ਤੇ ਕੰਮ ਉਹਨਾਂ ਹੀ ਕਰਨ ਦੇ ਰਿਹਾ ਵੀ ਮੇਰੀ ਛਤਰੀ ਥੱਲੇ ਆਓ, ਘੁਮਾ ਫਰਾ ਕੇ ਗੱਲ ਜਿਹੜੀ ਆ ਵੀ ਸੁਖਬੀਰ ਦੀ ਛਤਰੀ ਥੱਲੇ ਆਓ, ਇਹ ਗੱਲ ਪੋਸੀਬਲ ਹੀ ਨਹੀਂ ਹੈ। ਤੇ ਦੂਜੀ ਗੱਲ ਇਹ ਕਹਿ ਰਿਹਾ ਵੀ ਸਾਡਾ ਤਾਂ ਅਸੀਂ ਨਾਤਾ ਤੋੜਤਾ ਬੀਜੇਪੀ ਨਾਲ। ਮੈਂ ਇਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਆਪਣਾ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਦਾ ਮਸਲਾ ਉੱਠਿਆ ਤੇ ਗਵਰਨਰ ਨੇ ਪੰਜਾਬ ਦੇ ਸੀਐਮ ਨੂੰ ਮਤਲਬ ਸਨੱਬ ਕੀਤਾ। ਉਹਦੇ ਵਿੱਚ ਸੁਖਬੀਰ ਬਾਦਲ ਨੇ ਇੱਕ ਟਵੀਟ ਕੀਤਾ ਗਵਰਨਰ ਦੇ ਖਿਲਾਫ ਕਿ ਫੈਡਰਲਿਜ਼ਮ ਤੇ ਹਮਲਾ ਹੈਗਾ, ਤੇ ਉਹ ਟਵੀਟ ਉਹਨੇ ਵਾਪਸ ਲੈ ਲਿਆ। ਕੁਝ ਘੰਟਿਆਂ ਬਾਅਦ ਉਹਨੇ ਟਵੀਟ ਵਾਪਸ ਲੈ ਲਿਆ ਤੇ ਅੱਜ ਤੱਕ ਉਹਦੀ ਆਵਾਜ਼ ਨਹੀਂ ਨਿਕਲੀ। ਉਹ ਟਵੀਟ ਕਿਹਨੇ ਵਾਪਸ ਕਰਾਇਆ? ਫੈਡਰਲਿਜ਼ਮ ਦੀ ਗੱਲ ਕਿਹਨੇ ਉਹਨੂੰ ਕਿਹਾ ਵੀ ਨਹੀਂ ਕਰਨੀ ਤੂੰ? ਸੋ ਇਹ ਕੁਛ ਨਹੀਂ ਅਲੱਗ ਲੁੱਗ ਹੋਏ, ਇਹ ਸਭ ਮਿਲੀ ਭੁਗਤ ਦੇ ਨਾਲ ਅਜੇ ਵੀ ਖੇਡ ਰਹੇ ਹੈ ਤੇ ਇਹਨਾਂ ਦੇ ਹਿਸਾਬ ਨਾਲ ਹੀ ਜਿਹੜੀ ਦਿੱਲੀ ਦਾ ਦਰਬਾਰ ਹੈ ਉਹ ਚੱਲ ਰਿਹਾ ਹੈ। ਸੋ ਐਵੇਂ ਗੱਲਾਂ ਹੀ ਆ ਕਿ ਜੀ ਅਸੀਂ ਛੱਡਤਾ। ਜਵਾਬ ਲੈਣੇ ਆ, ਬਿਲਕੁਲ ਆਪਾਂ ਜਵਾਬ ਲਵਾਂਗੇ। ਪਰ ਸਰ ਮੈਂ ਤੁਹਾਡੇ ਕਮੈਂਟ ਵੀ ਲੈਣਾ ਚਾਹਾਂਗਾ। ਅਮਰਿੰਦਰ ਜੀ ਦਾ ਕਹਿਣਾ ਕਿ ਕੁਝ ਵੀ ਬਦਲਿਆ ਨਹੀਂ ਗਾ, ਉਸੇ ਤਰੀਕੇ ਨਾਲ ਦਿੱਲੀ ਦਰਬਾਰ ਨਾਲ ਰਲ ਕੇ ਖੇਡ ਰਹੇ ਆ। ਪਰ ਪੀਰ ਮੁਹੰਮਦ ਜੀ ਦਾ ਕਹਿਣਾ ਹੈ ਕਿ ਜਦੋਂ ਆਪਾਂ ਇੱਕ ਵਾਰੀ ਇਕੱਠੇ ਹੁੰਦੇ ਆ, ਬੈਠ ਕੇ ਮੀਟਿੰਗਾਂ ਵੀ ਕੀਤੀਆਂ, ਧਰਨੇ ਵੀ ਦਿੱਤੇ, ਕਮੇਟੀ ਵੀ ਬਣੀ, ਫਿਰ ਕਿਉਂ ਉਹਦਾ ਹਸ਼ਰ ਹੋਇਆ? ਹਸ਼ਰ ਦੀ ਜੇ ਆਪਾਂ ਗੱਲ ਕਰੀਏ ਗੱਲ ਲੰਬੀ ਹੋ ਜਾਂਦੀ ਹੈ। ਫਿਰ ਉਹ ਹਸ਼ਰ ਦਾ ਸੰਗਰੂਰ ਦੇ ਵਿੱਚ ਜਾ ਕੇ ਦੀਵਾਲੀ ਦੇ ਪਟਾਕੇ ਦੀ ਤਰ੍ਹਾਂ ਫਟਿਆ। ਦੇਖੋ ਸਰਦਾਰ ਅਮਰਿੰਦਰ ਸਿੰਘ ਨੇ ਬਹੁਤ ਕੋਈ ਤਨ ਤੇ ਹੰਡਾਇਆ, ਘੱਟ ਪੀਰ ਮੁਹੰਮਦ ਸਾਹਿਬ ਨੇ ਵੀ ਨਹੀਂ ਹੰਡਾਇਆ। ਪਰ ਹੁਣ ਕਿਉਂਕਿ ਇੱਕ ਜਥੇਬੰਦੀ ਦਾ ਜਾਬਤਾ ਉਹਦੇ ਹਿਸਾਬ ਨਾਲ ਹੀ ਇਹ ਗੱਲ ਕਰ ਰਹੇ, ਮੈਂ ਦੋਨਾਂ ਦੀ ਗੱਲ ਦਾ ਜਵਾਬ ਦੇਵਾਂ ਜੀ। ਦੇਖੋ ਜਿਹੜੀ ਸਰਦਾਰ ਅਮਰਿੰਦਰ ਸਿੰਘ ਨੇ ਗੱਲ ਕੀਤੀ ਹੈ ਨਾ ਵੀ ਬੀਜੇਪੀ ਨਾਲ ਰਲੇ ਹੋ ਜਾਏ, ਇਹ 'ਚ ਕੋਈ ਹੱਕਤ ਨਹੀਂ ਹੈ। ਉੱਪਰੋਂ ਟੁੱਟ ਗਏ ਆ। ਰਾਸ਼ਟਰਪਤੀ ਦੀ ਵੋਟ ਆਉਂਦੀ ਹੈ ਤਾਂ ਅਸੀਂ ਬੀਜੇਪੀ ਨੂੰ ਪਾਉਂਦੇ ਆ, ਉਪ ਰਾਸ਼ਟਰਪਤੀ ਦੀ ਆਉਂਦੀ ਹੈ ਤਾਂ ਬੀਜੇਪੀ ਨੂੰ ਪਾਉਂਦੇ। ਇਹ ਕੋਈ ਉਹਦਾ ਹੱਕਾ ਮਾਰਦੇ ਤੇ ਸਾਨੂੰ ਬੀਜੇਪੀ ਲੈ ਲਵੇ, ਨਹੀਂ ਲੈ ਲਵੇ। ਪਰ ਪੌਰ ਸਾਹਿਬ ਉਹ ਤਾਂ ਤੁਹਾਨੂੰ ਕਹਿ ਰਿਹਾ ਹੈ, ਉਹ ਤਾਂ ਵਿਰੋਧੀ ਧਿਰਾਂ ਜਿਹੜੀਆਂ ਵਿਰੋਧੀ ਧਿਰਾਂ ਤੋਂ ਮੇਰਾ ਭਾਵ ਜਿਹੜੀਆਂ ਵਿਰੋਧੀ ਪੰਥਕ ਧਿਰਾਂ ਉਹਨਾਂ ਨੂੰ ਕਹਿ ਰਿਹਾ ਹੈ ਕਿ ਭਾਜਪਾ ਨਾਲ ਜਫੀਆਂ ਤੁਸੀਂ ਪਾ ਰਹੇ ਹੋ, ਵਿਰੋਧੀ ਧਿਰਾਂ ਪਾ ਰਹੀਆਂ, ਅਸੀਂ ਤਾਂ ਤੋੜ ਵਿਛੋੜਾ ਕਰ ਲਿਆ। ਮੈਂ ਤਾਂ ਨਹੀਂ ਚਲੋ ਇਹ ਕਹਿੰਦਾ, ਮੈਨੂੰ ਤਾਂ ਉਹਨਾਂ ਨੇ ਬਹੁਤ ਵੱਡੀਆਂ ਆਫਰਾਂ ਵੀ ਭੇਜੀਆਂ। ਮੈਂ ਤਾਂ ਨਹੀਂ ਕਿਸੇ ਨੂੰ ਕਹਿੰਦਾ ਤੂੰ ਜੋ ਮਰਜ਼ੀ ਕਰੀ ਜਾਵੇ, ਪਰ ਮੈਂ ਇਹ ਗੱਲ ਕਹਿਣਾ ਵੀ ਇਹ ਬੀਜੇਪੀ ਨਾਲ ਸਮਝੌਤਾ ਕਰਕੇ ਕੇਂਦਰ ਦੀਆਂ ਵਜ਼ੀਰੀਆਂ ਇਹ ਮੰਨਣ ਤਾਂ ਵਾਜਬ ਹੈ। ਜੇ ਕੋਈ ਹੋਰ ਰਾਜਨੀਤਿਕ ਰੁੱਟ ਕੇ ਗੱਲ ਕਰੇ ਤਾਂ ਉਹ ਗੈਰ ਵਾਜਬ ਹੈ। ਦੂਜੀ ਗੱਲ, ਪੀਰ ਮੁਹੰਮਦ ਸਾਹਿਬ ਨੇ ਇੱਕ ਗੱਲ ਕਹੀ, ਪਤਾ ਨਹੀਂ ਭੋਲੇ ਪੰਚ ਕਹੀ ਹੈ ਕਿ ਵੈਸੇ ਬਹੁਤ ਤੇਜ਼ ਤਰਾਰ ਆਗੂ ਹੈ, ਉਹਨਾਂ ਨੇ ਪ੍ਰਦੂਸ਼ਣ ਬੜਾ ਕੰਮ ਕੀਤਾ, ਸਭ ਕੁਝ ਜਾਣਦੇ ਆ। ਇਹ ਕਹਿੰਦੇ ਅਕਾਲੀ ਦਲ ਕਿਸੇ ਦੇ ਪਿਓ ਦਾ, ਬਿਲਕੁਲ ਕਿਸੇ ਦੇ ਪਿਓ। ਜਿਹੜਾ ਹੁਣ ਪ੍ਰਧਾਨ ਹੈ ਨਾ, ਪਹਿਲਾਂ ਉਹਦੇ ਪਿਓ ਦਾ ਸੀ, ਹੁਣ ਉਹਦੇ ਮੁੰਡੇ ਦੇ ਪਿਓ। ਜੇ ਅਕਾਲੀ ਦਲ ਵਰਕਰਾਂ ਦਾ ਹੁੰਦਾ ਨੇ ਤੇ ਜਿਵੇਂ ਪਹਿਲਾਂ ਭਰਤੀ ਕਰਕੇ ਵਰਕਰਾਂ ਨੂੰ ਚੋਣਾਂ ਹੁੰਦੀਆਂ ਸੀ, ਤੇ ਜ਼ਿਲ੍ਹੇ ਦੀ ਚੋਣ ਹੁੰਦੀ ਸੀ ਤੇ ਵਰਕਰ ਕਮੇਟੀ ਦੇ ਨੰਬਰ ਤੇ ਜਾਂਦੇ ਸੀ, ਉਦਾਂ ਭੇਜਦੇ। ਏਦਾਂ ਨਹੀਂ ਸੀ ਹੁੰਦਾ ਵੀ ਕੱਲਾ ਜੇ ਅਹੁਦੇਦਾਰ ਨੋਮੀਨੇਟ ਕਰਕੇ ਚਿੱਠੀ ਭੇਜ ਦਿੱਤੀ ਜਾਂਦੀ ਵੀ ਫਲਾਣੇ ਜੀ ਜੀ ਲੋਕਲ ਵਰਕਰਾਂ ਨੂੰ ਪਤਾ ਵੀ ਨਹੀਂ ਫਲਾਣੇ ਤੈਨੂੰ ਉੱਥੇ ਦਾ ਇੰਚਾਰਜ ਲਾਤਾ ਹੋਵੇਗਾ। ਜੀ ਜੀ ਕੋਈ ਹੈ ਤੇ ਪਿਓ ਨੂੰ ਅਕਾਲੀ ਦਲ ਕਰਕੇ ਹੋਈ ਹੈ। ਅੱਜ ਇੱਕ ਟੱਬਰ ਫੇਰ ਹੋਇਆ, ਸਾਰੀ ਹੋਈ ਹੈ। ਸਿੱਖਾਂ ਦੀ ਪੋਲੀਟੀਕਲ ਵੋਇਸ ਰੱਖ ਦਿੱਤੀ ਹੈ ਤੇ ਅੱਜ ਹਾਲਾਤ ਐਸੇ ਵੀ ਇੱਕ ਟੱਬਰ ਘਰ ਬਹਿ ਗਿਆ ਤੇ ਜੇ ਕੋਈ ਪੰਥ ਦਾ ਜਾਂ ਵਰਕਰਾਂ ਦਾ ਅਕਾਲੀ ਦਲ ਹੁੰਦਾ, ਇੱਕ ਟੱਬਰ ਫੇਲ ਹੋ ਜਾਂਦਾ, ਦੂਜੀ ਲਾਈਨ ਪਾਰ ਖੜੀ ਹੁੰਦੀ ਲੀਡਰਸ਼ਿਪ ਸੀ। ਅੱਜ ਨਾ ਕੋਈ ਦੂਜੀ ਕਤਾਰ ਆ, ਤੀਜੀ ਕਤਾਰ ਆ, ਕੋਈ ਪੰਜਵੀਂ ਕਤਾਰ, ਹਰੇ ਵੀ ਹਰਨਾਕ ਜ਼ਿਲ੍ਹੇ ਵੀ ਹਰਨਾਕ, ਹਲੇ ਵੀ ਹਰਨਾਕ। ਇਹ ਸਾਰਾ ਕੁਝ ਆਪਾਂ ਰੂਪ ਦੇ ਪਿਓ ਦਾ ਕੰਮ ਨਹੀਂ ਹੁੰਦਾ ਤੇ ਫਿਰ ਪਿਓ ਸਰਪ੍ਰਸਤ ਨਾ ਬਣਦਾ, ਪੁੱਤ ਪ੍ਰਧਾਨ ਨਾ ਬਣਦਾ, ਸਮਾਂ ਤੇ ਭੜੋਈ ਅਹੁਦੇਦਾਰ ਨਾ ਬਣਦਾ ਤੇ ਜੇ ਸਰਕਾਰ ਬਣਦੀ ਤੇ ਪਿਓ ਮੁੱਖ ਮੰਤਰੀ ਬਣ ਜਾਂਦਾ। ਵੱਡੇ ਸਵਾਲ ਜਿਹੜਾ ਹੈਗਾ, ਵੱਡੇ ਸਵਾਲ ਪੌਰ ਸਾਹਿਬ, ਵੱਡੇ ਸਵਾਲ ਜਿਹੜੇ ਹੈਗੇ ਆ ਇਹ ਪਿਓ ਦੇ ਅਕਾਲੀ ਦਲ ਜੀ। ਪੀਰ ਮੁਹੰਮਦ ਦੇਖੋ ਇਸ ਮਾਮਲੇ ਤੇ ਪੀਰ ਮੁਹੰਮਦ ਜੀ ਜਵਾਬ ਤੁਸੀਂ ਜ਼ਰੂਰ ਦਿਓਗੇ, ਮੈਂ ਲੈਣਾ ਵੀ ਚਾਹਾਂਗਾ ਜਵਾਬ ਇਸ ਮਾਮਲੇ 'ਚ। ਦੇਖੋ ਸਵਾਲ ਕਿਸੇ ਜਾਤ ਦਾ, ਵਿਅਕਤੀ ਦਾ, ਵਿਸ਼ੇਸ਼ ਦਾ ਨਹੀਂ ਹੈ। ਜੋ ਜੋਗਾ ਸਿੰਘ ਜੀ ਨੇ ਗੱਲ ਕੀਤੀ ਹੈ, ਪੌਰ ਸਾਹਿਬ ਨੇ, ਪਹਿਲਾਂ ਅਮਰਿੰਦਰ ਹੋਣਾ ਨੇ ਗੱਲ ਇੱਕ ਹੀ ਹੋਇਆ, ਕਹਿੰਦੇ ਵੀ ਪਿਓ ਦਾ ਅਕਾਲੀ ਦਲ ਤਾਂ ਹੋ ਗਿਆ ਨਾ, ਪਹਿਲਾਂ ਬਾਦਲ ਦਾ, ਉਦੋਂ ਬਾਅਦ ਸੁਖਬੀਰ ਬਾਦਲ ਦਾ ਇੱਕ ਪਰਿਵਾਰ ਘਰੇ ਬਹਿ ਗਿਆ, ਤੇ ਉਦੋਂ ਬਾਅਦ ਦੂਜੀ ਤੀਜੀ ਚੌਥੀ ਕਤਾਰ ਕੋਈ ਰਹਿਣ ਹੀ ਨਹੀਂ ਦਿੱਤੀ ਅਕਾਲੀ ਦਲ ਦੀ। ਕਿਤੇ ਇਹ ਤਾਂ ਨਹੀਂ ਇਹ ਵੀ ਵਜ੍ਹਾ ਹੋ ਸਕਦੀ ਹੈ ਜਿਹੜੇ ਹਸ਼ਰ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਦੂਜੀ ਜਾਂ ਤੀਜੀ ਕਤਾਰ ਕੋਈ ਰਹੀ ਨਹੀਂ ਅਕਾਲੀ ਦਲ ਦੇ ਅੰਦਰ। ਇਹ ਗੱਲ ਉਹ ਕਹਿ ਰਿਹਾ ਪੌਰ ਸਾਹਿਬ ਜਿਨ੍ਹਾਂ ਨੇ ਲੰਬਾ ਸਮਾਂ, ਮੇਰਾ ਖਿਆਲ ਘੱਟੋ ਘੱਟ 40 ਸਾਲ ਤੋਂ ਵੱਧ ਸਮਾਂ ਪੰਥਕ ਸਭਾ 'ਚ ਜਿਹੜਾ ਹੈਗਾ ਮੂਹਰੀ ਭੂਮਿਕਾ ਨਿਭਾਈ ਹੋਏਗੀ ਇਹਨਾਂ ਨੇ। ਦੇਖੋ ਜੀ, ਇਹਨਾਂ ਦੇ ਕੋਲ ਤਾਂ ਸਾਰਾ ਅੰਦਰੂਨੀ ਤੌਰ ਤੇ ਇਹਨਾਂ ਨੂੰ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਹੈ, ਪਰ ਉਹ ਨਸ਼ਰ ਕਰ ਰਹੇ, ਇਹਨਾਂ ਨੂੰ ਗੱਲਾਂ ਨਸ਼ਰ ਕਰ ਰਹੇ ਆ, ਇਸ ਕਰਕੇ ਜਵਾਬ ਬਣਦਾ ਹੈ। ਮੇਰੀ ਗੱਲ ਸੁਣੋ, ਮੇਰੇ ਤੋਂ ਤਾਂ ਜ਼ਿਆਦਾ ਇਹ ਜਾਣਦੇ ਆ, ਪਰ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਵਰਗੇ ਲੋਕ ਨੇ, ਜਿੱਦਾਂ 35 ਸਾਲਾਂ ਤੋਂ ਸੰਘਰਸ਼ ਦੇ ਵਿੱਚ ਜਿੰਨਾ ਕੋਈ ਯੋਗਦਾਨ ਪਾ ਸਕਦੇ ਸੀ, ਮੈਂ ਨਹੀਂ ਕਹਿੰਦਾ ਕੋਈ ਅਸੀਂ ਕਿਤੇ ਕੋਈ ਪਛਤਾਵਾ ਇਸ ਗੱਲ ਦਾ, ਪਰ ਇਹ ਜ਼ਰੂਰ ਹੈ ਕਿ ਜਿਸ ਪੰਥਕ ਸੋਚ ਨੂੰ ਲੈ ਕੇ ਇੱਕ ਨੌਜਵਾਨ ਘਰੋਂ ਨਿਕਲਦਾ
ਜਾਂ ਉਸ ਦੇ ਅੰਦਰ ਇੱਕ ਦਰਦ ਹੁੰਦਾ ਕਿ ਮੈਂ ਕਿਤੇ ਸੇਵਾ ਕਰਾਂ, ਉਹ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਖੇਤਰੀ ਪਾਰਟੀ ਹੈ। ਜੇ ਖੇਤਰੀ ਪਾਰਟੀ ਆਪਣੀ ਨਾ ਰਹੀ, ਜੇ ਉਹ ਟੁੱਟਦੀ ਰਹੀ ਤੇ ਉਹਦੇ ਹਾਲਾਤ ਇਸ ਤਰ੍ਹਾਂ ਦੇ ਬਣਦੇ ਰਹੇ, ਤਾਂ ਇੱਕ ਦਿਨ ਤੁਸੀਂ ਇਹ ਦੇਖੋ ਕਿ ਗ੍ਰਾਸ ਰੂਟ ਦੇ ਉੱਤੇ ਅੱਜ ਵੀ ਭਾਵੇਂ ਜਿੰਨਾ ਮਰਜ਼ੀ ਵਿਰੋਧ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਵਿਖਰਿਆ, ਟੁੱਟਿਆ, ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਨਿਕਲਦੇ ਆ, ਫਿਰ ਵਾਪਸ ਆ ਜਾਂਦੇ ਆ। ਇਹਦਾ ਮਤਲਬ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿੱਖ ਕੌਮ ਦਾ ਦਿਲੋਂ ਪਿਆਰ ਏ, ਪੰਜਾਬੀਆਂ ਦਾ ਦਿਲੋਂ ਪਿਆਰ ਏ, ਤੇ ਉਹ ਇਸ ਜਥੇਬੰਦੀ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਖੜਿਆ ਦੇਖਣਾ ਚਾਹੁੰਦੇ ਨੇ। ਤਾਂ ਉਸ ਦੇ ਲਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਜਦੋਜਹਿਦ ਅਸੀਂ ਟੀਵੀ ਚੈਨਲਾਂ ਦੇ ਉੱਤੇ ਕਰਦੇ ਆ, ਉਹਨੂੰ ਕਿਸੇ ਤਰੀਕੇ ਨਾਲ ਇੱਕ ਮਾਸ ਮੂਵਮੈਂਟ ਬਣਾ ਕੇ ਅੱਛੇ ਤਰੀਕੇ ਦੇ ਨਾਲ ਆਪਾਂ ਤੁਹਾਡਾ ਜਵਾਬ ਆ ਗਿਆ। ਬਿਲਕੁਲ ਆਪਣੇ ਕੋਲ ਸਮੇਂ ਦੀ ਥੋੜੀ ਮਜਬੂਰੀ ਹੁੰਦੀ ਹੈ ਅਕਸਰ ਸਰਨਾ ਸਾਹਿਬ ਨੇ ਭੌਰ ਸਾਹਿਬ ਦੇ ਬਹੁਤ ਨਜ਼ਦੀਕੀ ਨੇ, ਸਰਨਾ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ 36 ਦਾ ਅੰਕੜਾ ਰਿਹਾ ਹੈ। ਇੱਕ ਦੂਸਰੇ ਦਾ ਕਦੇ ਵੀ ਮੂੰਹ ਵੀ ਵੇਖ ਨਹੀਂ ਸਨ, ਪਰ ਉਹ ਇਕੱਠੇ ਬੈਠੇ ਆ ਨਾ। ਪਰ ਉਹ ਛਤਰੀ ਦੀ ਗੱਲ ਜਿਹੜੀ ਪੀਰ ਮੁਹੰਮਦ ਜੀ ਜਿਹੜੀ ਗੱਲ ਆ ਜੋਗਾ ਸਿੰਘ ਜੀ ਵੀ ਕਹਿੰਦੇ ਆ, ਜਿਹੜੀ ਗੱਲ ਭੌਰ ਸਾਹਿਬ ਵੀ ਕਹਿੰਦੇ ਆ, ਗੱਲ ਛਤਰੀ ਦੀ ਆ ਨਾ। ਜੇ ਸਰਨਾ ਜੀ ਨੇ ਛਤਰੀ ਪ੍ਰਵਾਨ ਕੀਤੀ ਆ, ਕਹਿੰਦੇ ਅਸੀਂ ਛਤਰੀ ਨਹੀਂ ਪ੍ਰਵਾਨ ਕਰਨੀ, ਅਕਾਲੀ ਦਲ ਇਕੱਠੇ ਹੋਣ ਦਾ ਮਸਲਾ ਇਹ ਹੈ। ਸਰਨੇ ਦੇ ਸ਼ਾਮਲ ਹੋਣ ਦੇ ਨਤੀਜੇ ਦੇਖ ਲਿਓ, ਜਲਦੀ ਆ ਜਾਣੇ ਸਾਹਮਣੇ। ਪੀਰ ਮੁਹੰਮਦ ਜੀ ਮੈਂ ਆਉਣਾ ਤੁਹਾਡੇ ਵੱਲ, ਆਪਾਂ ਜੋਗਾ ਸਿੰਘ ਜੀ ਤੇ ਕਮੈਂਟ ਵੀ ਲੈ ਗਏ। ਜੋਗਾ ਸਿੰਘ ਜੀ ਤੁਸੀਂ ਬਾਦਲ ਪਰਿਵਾਰ ਦਾ ਬਾਰ-ਬਾਰ ਜ਼ਿਕਰ ਕਰਦੇ ਹੋ। ਪੀਰ ਮੁਹੰਮਦ ਜੀ ਕਹਿੰਦੇ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ, ਜੇ ਜਿਉਂਦੀ ਰਹੇਗੀ ਮਜ਼ਬੂਤ ਕਰਾਂਗੇ ਤਾਂ ਸਾਰਿਆਂ ਦੀ ਆਸਥਾ, ਸਾਰਿਆਂ ਦੇ ਲਈ ਇੱਕ ਧਿਰ ਬਣ ਸਕਦੀ ਹੈ। ਇਹ ਅਕਾਲੀ ਦਲ ਨੂੰ ਕਿਉਂ ਬਿਖਰਨ ਦਿੰਦੇ ਆਪਾਂ? ਨਹੀਂ, ਮੈਂ ਤਾਂ ਸ਼ੁਰੂ ਤੋਂ ਕਹਿਣਾ ਜੀ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਜਿਉਂਦੇ ਰਹਿਣਾ ਚਾਹੀਦਾ ਹੈ, ਤੇ ਅਸੀਂ ਇਸ ਲਈ ਹੀ ਜਦੋਜਹਿਦ ਕਰਦੇ ਹਾਂ ਜਦੋਂ ਵੀ ਟੀਵੀ ਦੇ ਉੱਤੇ ਬਹਿਸ ਕਰਦੇ ਹਾਂ। ਔਰ ਮੈਂ ਬਲਕਿ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੂੰ ਵੀ ਕਹਾਂਗਾ, ਮੇਰੇ ਮਿੱਤਰ ਹੈ, ਕਿ ਤੁਸੀਂ ਕੀ ਉਸ ਪ੍ਰਧਾਨ ਦੀ ਪ੍ਰਧਾਨਗੀ ਕਬੂਲੋਗੇ ਜਿਹਨੇ ਆਪਣੇ ਰਾਜ ਦੇ ਵਿੱਚ DGP ਸਮੇਤ ਸੈਣੀ ਲਾਇਆ ਹੋਵੇ, ਜਿਹਨੇ ਮੁੰਡੇ ਮਾਰੇ ਹੋਣ, ਜਿਹਨੇ ਜ਼ਹਾਰ ਆਲਮ ਵਰਗਿਆਂ ਨੂੰ ਅੱਗੇ ਲਿਆਂਦਾ ਹੋਵੇ, ਜਿਹਨੇ ਪੰਜਾਬ ਦੇ ਸ਼ਰਾਬ ਦੀਆਂ ਫੈਕਟਰੀਆਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੋਵੇ, ਜਿਹਨੇ ਪਰਿਵਾਰ ਪ੍ਰਸਤੀ ਨੂੰ ਬੜਾਵਾ ਦਿੱਤਾ ਹੋਵੇ, ਜਿਹਨੇ ਪੰਜਾਬ ਦੇ ਵਿੱਚੋਂ ਮਤਲਬ ਪੰਜਾਬ ਦੇ ਹਰ ਨੌਜਵਾਨ ਨੂੰ, ਜਿਹਨੇ ਪੰਜਾਬ ਨੂੰ ਚਿੱਟੇ ਦੇ ਨਾਂ ਦੇ ਨਾਲ ਮਸ਼ਹੂਰ ਕੀਤਾ ਹੋਵੇ। ਜੀ ਜੋਗਾ ਸਿੰਘ ਜੀ ਕਾਫੀ ਸਵਾਲ ਆ ਗਿਆ ਮੇਰਾ ਘਰ। ਪੀਰ ਮੁਹੰਮਦ ਜੀ ਸੰਖੇਪ ਚ ਇਹਨਾਂ ਗੱਲਾਂ ਦੇ ਜਵਾਬ ਦੇ ਦੇਣ, ਸਮਾਂ ਵੀ ਨਹੀਂ ਹੈ। ਪੀਰ ਮੁਹੰਮਦ ਜੀ ਤੁਸੀਂ ਸੁਣਿਆ ਹੀ ਹੈ ਕੀ ਕਹਿ ਰਿਹਾ ਜੋਗਾ ਸਿੰਘ ਜੀ। ਦੇਖੋ ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਆਪਣੀ ਇੰਟਰਵਿਊ ਦੇ ਵਿੱਚ ਲਗਾਤਾਰ ਉਹ ਇਹ ਗੱਲ ਕਹਿੰਦੇ ਆ ਰਹੇ ਆ ਕਿ ਸਾਡੇ ਕੋਲ ਕੁਝ ਜਿਹੜੀਆਂ ਗਲਤੀਆਂ ਹੋਈਆਂ ਨੇ, ਉਹਨਾਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆ। ਮੇਰਾ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਣੇ ਕੋਲ ਇਹੋ ਜਿਹੇ ਹਾਲਾਤ ਨੇ ਸਾਡੇ ਪੰਜਾਬ ਦੇ ਪਾਣੀ ਲੁੱਟਣ ਵਾਸਤੇ, ਤੁਸੀਂ ਦੇਖੋ ਜਿਹੜੀ ਇਹ ਨਵੀਂ ਪਾਰਟੀ ਆਈ ਹੈ, ਜਿਸ ਪਾਰਟੀ ਨੂੰ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ, ਉਹ ਅੱਜ ਕੀ ਕਰ ਰਹੇ ਨੇ? ਪੀਰ ਮੁਹੰਮਦ ਜੀ ਸਾਰੀਆਂ ਗੱਲਾਂ ਸਹੀ ਹੈ, ਪੀਰ ਮੁਹੰਮਦ ਜੀ ਬਿਲਕੁਲ ਸਾਰੀਆਂ ਗੱਲਾਂ ਸਹੀ ਹੈ। ਜਿਸ ਮੁੱਦੇ ਤੇ ਬਹਿਸ ਹੋ ਰਹੀ ਹੈ, ਸਮਾਂ ਸਾਡੀ ਮਜਬੂਰੀ ਹੈ, ਮੁੱਦੇ ਤੇ ਬਹਿਸ ਹੋ ਰਹੀ ਹੈ। ਉਹ ਕਹਿੰਦੇ ਅਕਾਲੀ ਦਲ ਨਾਲ ਕਿਸੇ ਦਾ ਕੋਈ ਵਖਰੇਵਾ ਨਹੀਂ, ਇਕੱਠੇ ਹੋਣ ਲਈ ਤਿਆਰ ਹੈ। ਸਵਾਲ ਇਹ ਹੈ ਕਿ ਕਹਿੰਦੇ ਜਿਹਦੇ ਕਰਕੇ ਐਡਾ ਵੱਡਾ ਨੁਕਸਾਨ ਹੋ ਰਿਹਾ, ਉਸ ਪ੍ਰਧਾਨ ਨੂੰ ਪਾਸੇ ਹੋਣ ਲਈ ਬਾਕੀ ਸਾਰੀਆਂ ਧਿਰਾਂ ਆਖਰੀਆਂ, ਪੇਚ ਇੱਥੇ ਆ ਕੇ ਫਸਦਾ ਹੈ। ਪੀਰ ਮੁਹੰਮਦ ਜੀ ਦੇਖੋ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਧੜੇ ਨੇ ਨਾ, ਜਦੋਂ ਆਪਸ ਵਿੱਚ ਇਕਜੁੱਟ ਹੋ ਕੇ ਸਾਰਾ ਕੁਝ ਇਹਨੂੰ ਮੁਲਾਂਕਣ ਕਰਨਗੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਨਿਕਲੇਗਾ। ਓਕੇ ਥੈਂਕ ਯੂ ਵੈਰੀ ਮਚ ਸਿੱਧੂ ਸਾਹਿਬ ਮੈਂ ਇੱਕ ਮਿੰਟ ਲੈਣਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਉਹਨਾਂ ਨੇ ਖੁਦ ਵੀ ਕਿਹਾ ਕਿ ਮੇਰੀ ਗਲਤੀ ਹੋ ਸਕਦੀ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਸਜ਼ਾ ਨਾ ਦਿੱਤੀ ਜਾਵੇ ਇਸ ਗੱਲ ਦੀ। ਓਕੇ ਬਿਲਕੁਲ ਠੀਕ ਹੈ। ਜੋਗਾ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਆ? ਸਿੱਧੂ ਸਾਹਿਬ, ਮੈਂ ਪੀਰ ਮੁਹੰਮਦ ਸਾਹਿਬ ਨੂੰ ਪੁੱਛਾਂਗਾ, ਸਵਾਲ ਵੱਡਾ ਹੈ। ਜੇਕਰ ਆਪਾਂ ਸੁਖਬੀਰ ਸਿੰਘ ਬਾਦਲ ਨੇ ਗਲਤੀ ਮੰਨ ਲਈ, ਉਹਨੂੰ ਮਾਫ ਕਰ ਸਕਦੇ ਹਾਂ, ਕੀ ਆਪਾਂ ਫਿਰ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਅੱਜ ਤੱਕ ਕੋਸੀ ਜਾਂਦੇ, ਇੰਦਰਾ ਗਾਂਧੀ ਨੂੰ ਮਾਰ ਵੀ ਦਿੱਤਾ, ਕੀ ਆਪਾਂ ਫਿਰ ਰਾਹੁਲ ਗਾਂਧੀ ਉਹਨਾਂ ਨੂੰ ਮਾਫ ਕਰ ਸਕਦੇ ਹਾਂ? ਮੈਂ ਪੀਰ ਮੁਹੰਮਦ ਸਾਹਿਬ ਨੂੰ ਪੁੱਛ। ਚਲੋ ਆਪਾਂ ਜਵਾਬ ਲਵਾਂਗੇ, ਆਪਾਂ ਜਵਾਬ ਲੈਣੇ। ਪੀਰ ਮੁਹੰਮਦ ਜੀ ਮੈਂ ਅਮਰਿੰਦਰ ਜੀ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਮੈਂ ਇਹਨਾਂ ਦੇ ਕਮੈਂਟਸ ਵਿੱਚ ਆਉਣਾ। ਪੀਰ ਮੁਹੰਮਦ ਜੀ ਮੈਂ ਆਖਰ 'ਚ ਬਿਲਕੁਲ ਜ਼ਰੂਰ ਤੁਹਾਨੂੰ ਮੌਕਾ ਦਿਆਂਗਾ, ਆਪਾਂ ਅਮਰਿੰਦਰ ਜੀ ਦਾ ਸਵਾਲ ਦਾ ਜਵਾਬ ਵੀ ਲੈ ਲਈਏ। ਜੀ ਅਮਰਿੰਦਰ ਜੀ। ਦੇਖੋ ਸਿੱਧੂ ਸਾਹਿਬ, ਜਿਹੜੀ ਤਾਂ ਗੱਲ ਇਹ ਕਹਿ ਰਹੇ ਕਿ ਵੀ ਉਹਨਾਂ ਨੇ ਮਾਫੀ ਮੰਗ ਲਈ ਤੇ ਉਹਨਾਂ ਨੂੰ ਮਾਫ ਕਰ ਦਿਓ। ਪੀਰ ਮੁਹੰਮਦ ਜੀ ਕਹਿ ਰਹੇ ਕਿ ਜੀ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਤੇ ਪੰਥ ਉਹਨਾਂ ਨੂੰ ਮਾਫ ਕਰ ਦੇਵੇ। ਪੰਥ ਮਾਫ ਕਿਉਂ ਕਰੇ ਉਹਨਾਂ ਨੂੰ? ਉਹ ਖਾਲੀ ਮਾਫੀ ਮੰਗਣ ਦੀ ਗੱਲ ਨਹੀਂ ਆ, ਉਹ ਮਾਫੀ ਮੰਗ ਕੇ ਅਸਤੀਫਾ ਦੇਣ, ਫਿਰ ਪੰਥ ਸੋਚੂ ਕਿ ਕਦੀ ਦੁਬਾਰਾ ਉਹਨਾਂ ਨੂੰ ਲਾਣਾ ਕਿ ਨਹੀਂ ਲਾਣਾ। ਇੱਕ ਵਾਰੀ ਪਾਸੇ ਤਾਂ ਹਟਣ ਉਹ, ਇਹ ਤਾਂ ਮਤਲਬ ਐਵੇਂ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਹੁਣ ਪੀਰ ਮੁਹੰਮਦ ਜੀ ਜਵਾਬ ਦੇ ਦਿਓ ਤੁਸੀਂ, ਬਿਲਕੁਲ ਸਮਾਂ ਨਹੀਂ ਹੈ। ਪੀਰ ਮੁਹੰਮਦ ਜੀ ਦੇਖੋ ਗੱਲ ਇਹ ਆ,
ਮੇਰੀ ਗੱਲ ਸੁਣੋ, ਮਾਫੀ ਤੋਂ ਵੱਡੀ ਕਿਹੜੀ ਸਜ਼ਾ ਹੁੰਦੀ ਹੈ? ਮਾਫੀ ਜਿਹੜਾ ਇੱਕ ਬੜਾ ਵੱਡਾ ਸ਼ਬਦ ਏ, ਔਰ ਉਹਨਾਂ ਨੇ ਬਕਾਇਦਾ ਇਸ ਮਸਲੇ ਦੇ ਉੱਤੇ ਲਗਾਤਾਰ ਉਹ ਆਪਣੀ ਗੱਲ ਕਹਿੰਦੇ ਆ ਰਹੇ ਆ। ਤੇ ਮੈਂ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਜੇ ਅਸੀਂ ਫਿਕਰਮੰਦ ਆ, ਸਰਦਾਰ ਅਮਰਿੰਦਰ ਸਿੰਘ ਨਹੀਂ ਫਿਕਰਮੰਦ, ਸਰਦਾਰ ਜੋਗਾ ਸਿੰਘ ਨਹੀਂ ਫਿਕਰਮੰਦ, ਭੌਰ ਸਾਹਿਬ ਜਿਨ੍ਹਾਂ ਦਾ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਤੱਕ, ਉਹ ਨਹੀਂ ਫਿਕਰਮੰਦੀ ਨੂੰ ਮੁੱਖ ਰੱਖ ਕੇ ਮੈਂ ਗੱਲ ਕਹਿ ਰਿਹਾ। ਓਕੇ, ਥੈਂਕ ਯੂ ਵੈਰੀ ਮਚ। ਔਰ ਸਾਹਿਬ, ਲਾਸਟ ਕਮੈਂਟ ਅੱਜ ਦੀ ਬਹਿਸ ਸਮੇਟਣ ਤੋਂ ਪਹਿਲਾਂ ਮੈਂ ਤੁਹਾਡੇ ਲੈਣਾ ਚਾਹਾਂਗਾ। ਤੁਸੀਂ ਸਾਰਿਆਂ ਤੋਂ ਸੀਨੀਅਰ ਵੀ ਹੋ, ਤੁਹਾਡਾ ਤਜਰਬਾ ਵੀ ਹੈ, ਸੰਖੇਪ ਦੇ ਵਿੱਚ। ਅਕਾਲੀਅਤ ਸਾਡੇ ਖੂਨ ਵਿੱਚ ਹੈ, ਅਸੀਂ ਅਕਾਲੀਆਂ ਦੇ ਪਰਿਵਾਰ ਵਿੱਚ ਜੰਮੇ ਆ, ਅਕਾਲੀਆਂ ਦੇ ਵਿੱਚ ਰਹਿ ਕੇ ਕੰਮ ਕੀਤਾ, ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਆਪਣਾ ਯੋਗਦਾਨ ਪਾਇਆ। ਮੈਨੂੰ ਇੱਕ ਵਾਰੀ ਸਰਦਾਰ ਸੁਖਬੀਰ ਸਿੰਘ ਨੇ ਕਿਹਾ ਸੀ, ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਤੇ ਉਸ ਤੋਂ ਬਾਅਦ ਸਾਡੀ ਗੱਲ ਹੋਈ, ਤੇ ਮੈਨੂੰ ਕਹਿਣ ਲੱਗੇ ਵੀ ਅਕਾਲੀ ਦਲ ਨਾ ਛੱਡਿਓ। ਮੈਂ ਕਿਹਾ ਜੀ ਹੁਣ ਤਾਂ ਫਿਕਰ ਹੈ। ਅਮਰਿੰਦਰ ਜੀ ਤੋਂ ਆਪਾਂ ਲਾਸਟ ਕਮੈਂਟ। ਅਮਰਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਜਿਸ ਮੁੱਦੇ ਤੇ ਗੱਲ ਕਰ ਰਹੇ ਹੈ ਪੀਰ ਮੁਹੰਮਦ ਜੀ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੇ ਮਾਫੀ ਮੰਗ ਲਈ, ਇਸ ਤੋਂ ਉੱਪਰ ਵੱਡੀ ਕੀ ਗੱਲ ਹੋ ਸਕਦੀ ਹੈ? ਦੇਖੋ ਸਿੱਧੂ ਸਾਹਿਬ, ਮੈਂ ਤਾਂ ਪਹਿਲਾਂ ਕਹਿ ਰਿਹਾ ਕਿ ਜੇ ਉਹ ਵਾਕਈ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਹੈ, ਸੁਖਬੀਰ ਬਾਦਲ ਦੇ ਮਨ ਦੇ ਵਿੱਚ ਥੋੜਾ ਜਿਹਾ ਵੀ ਸ਼੍ਰੋਮਣੀ ਅਕਾਲੀ ਦਲ ਲਈ ਦਰਦ ਹੈ ਕਿ ਉਹ ਉੱਜੜ ਗਿਆ, ਸਾਰਾ ਕੁਝ ਅੱਜ ਬਿਖਰਿਆ ਪਿਆ, 3 ਸੀਟਾਂ ਵੀ ਨਹੀਂ ਹੈ, ਤੇ 3 ਦੇ ਵਿੱਚੋਂ ਜਿਹੜੇ ਐਮਐਲਏ ਆਏ ਆ ਉਹ ਵੀ ਤਕਰੀਬਨ 2 ਉਹਨਾਂ ਦੇ ਨਾਲ ਨਹੀਂ ਹੈ, ਇੱਕ ਤਾਂ ਪਬਲਿਕਲੀ ਨਾਲ ਨਹੀਂ ਹੈ। ਸੋ ਇਹਨਾਂ ਹਾਲਾਤਾਂ ਵਿੱਚ ਮੱਥਾ ਟੇਕ ਦੇਣ ਤੇ ਮੱਥਾ ਟੇਕ ਕੇ ਕਹਿਣ ਵੀ ਭਾਈ ਇੰਗਲੈਂਡ ਦੇ ਪੀਐਮ ਜਿਹੜਾ ਹੈਗਾ ਉਹ ਐਡੀ ਵੱਡੀ ਸਲਤਨਤ ਦਾ ਪੀਐਮ 45 ਦਿਨਾਂ 'ਚ ਮੱਥਾ ਟੇਕ ਸਕਦਾ, ਤੇ ਸੁਖਬੀਰ ਬਾਦਲ ਨੂੰ ਕੀ ਆ ਵੀ ਹਾਰਨ ਤੋਂ ਬਾਅਦ ਵੀ ਨਹੀਂ ਹਟ ਰਿਹਾ, ਮੇਰੀ ਛਤਰੀ ਥੱਲੇ ਸਾਰੇ ਆਓ, ਵਰਤ ਰਿਹਾ ਸਾਰੇ ਹੱਥ ਕੰਡੇ। ਪੌਰ ਸਾਹਿਬ ਤੁਹਾਡੀ ਆਵਾਜ਼ ਕੱਟ ਗਈ ਸੀ, ਤੁਹਾਡਾ ਆਵਾਜ਼ ਸੁਣਾਈ ਨਹੀਂ ਦਿੱਤੀ। ਜੇ ਮੇਰੀ ਆਵਾਜ਼ ਪਹੁੰਚ ਰਹੀ ਹੈ ਤਾਂ ਮੈਂ ਸਿੱਧੂ ਰਾਹ ਇੱਕ ਪੁਰਾਣੀ ਗੱਲ ਦੱਸ ਰਿਹਾ ਸੀ। ਮੈਂ ਕਿਹਾ ਜਦੋਂ ਜਦਵੀ ਦੇ ਦੋਸ਼ ਦੇ ਵਿੱਚ ਨਾ, ਜਦੋਂ ਗੋਲੀ ਚੱਲੀ ਉੱਥੇ ਆਪਣੇ ਬਰਗਾੜੀ ਦੇ ਵਿੱਚ, ਉਸ ਤੋਂ ਬਾਅਦ ਸੁਖਬੀਰ ਨਾਲ ਮੇਰੀ ਮੀਟਿੰਗ ਹੋਈ ਤੇ ਉਹ ਮੈਨੂੰ ਕਹਿਣ ਲੱਗਾ ਅਕਾਲੀ ਦਲ ਨਾ ਛੱਡਿਓ। ਮੈਂ ਕਿਹਾ ਕਿ ਅਕਾਲੀ ਦਲ ਮੈਂ ਤੁਹਾਡੇ ਨਾਲ ਪੁਰਾਣਾ ਅਕਾਲੀ ਹਾਂ, ਮੇਰਾ ਪਿਓ ਤੁਹਾਡੇ ਪਿਓ ਨਾਲ ਪੁਰਾਣਾ ਅਕਾਲੀ ਦਲ। ਉਹ ਕਹਿੰਦੇ ਉਹ ਕਿਵੇਂ? ਮੈਂ ਕਿਹਾ ਤੁਹਾਡਾ ਬਾਪ 57 ਤੇ ਕਾਂਗਰਸੀ ਤੇ ਸ਼ਾਮਿਲ ਹੋਏ ਅਕਾਲੀ ਦਲ 60 ਵਿੱਚ, ਤੇ ਮੇਰੇ ਪਿਓ ਨੇ 55 ਦੀ ਮਿਹਨਤ ਕੀਤੀ ਹੈ। ਤੁਸੀਂ 2007 ਚ ਪ੍ਰਧਾਨ ਬਣੇ ਅਕਾਲੀ ਦਲ ਦੇ, ਤੇ ਮੈਂ 1996 ਵਿੱਚ ਐਕਟਿਵ ਪ੍ਰਧਾਨ ਬਣ ਗਿਆ ਸੀ ਐਸਜੀਪੀਸੀ ਦਾ। ਜੇ ਅਸੀਂ ਘਰ ਬੈਠੇ, ਅਸੀਂ ਕੋਈ ਅਹੁਦਿਆਂ ਦੀ ਖਾਤਰ ਬੈਠੇ, ਅਸੀਂ ਮਿਲੇ ਹੋਏ ਅਹੁਦਿਆਂ ਨੂੰ ਛੱਡ ਕੇ ਪੰਥ ਦੀ ਆਵਾਜ਼ ਬੁਲੰਦ ਕਰਨ ਦੇ ਲਈ ਘਰਾਂ ਵਿੱਚ ਬੈਠੇ ਆ। ਬਈ ਜਾਣਦੇ ਹੋ ਅਕਾਲੀ ਦਲ ਦਾ ਸੁਭਾਅ ਇਹ ਨਹੀਂ ਹੈ, ਅਕਾਲੀ ਦਲ ਪੰਥ ਨਾਲ ਨਹੀਂ ਕਰ ਸਕਦਾ। ਅਕਾਲੀ ਦਲ ਪੰਥ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਦਾ ਹੁਕਮ ਪ੍ਰਵਾਨ ਕਰ ਸਕਦਾ। ਤੁਸੀਂ ਆਪਣੇ ਜਥੇਬੰਦੀ ਦਾ ਹੁਕਮ ਪ੍ਰਵਾਨ ਕਰਦੇ, ਤੇ ਤੁਸੀਂ ਉਹ ਕੁਝ ਕਰਕੇ ਸੁਣਾਓ ਜਿਹੜਾ ਕਦੀ ਲੋਕਾਂ ਨੇ ਰੰਗ ਦੇ ਰਾਜਨੀਤੀ ਵਿੱਚ ਤੁਸੀਂ ਕਹਿੰਦੇ ਹੋ ਮੈਂ ਕਿਹਾ ਮੈਂ ਕਦੋਂ ਕਹਿੰਦਾ ਤੁਸੀਂ, ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਬਤਾਇਆ ਸਮਝ ਨਹੀਂ ਓਕੇ, ਮਿਹਰਬਾਨੀ ਤੁਸੀਂ ਉਹਨਾਂ ਨੂੰ ਮਿਹਰਬਾਨੀ ਪੌਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਪੰਥਕ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ, ਬੰਦੀ ਸਿੰਘਾਂ ਦੀ ਰਿਹਾਈ, ਸਾਰੇ ਮਹਿਮਾਨਾਂ ਦੀ ਸਹਿਮਤੀ ਹੈ ਕਿ ਇਸ ਤੋਂ ਵੱਡਾ ਕੋਈ ਸਵਾਲ ਹੋ ਨਹੀਂ ਸਕਦਾ। ਪਰ ਕਿਵੇਂ ਹੋਏਗੀ ਰਿਹਾਈ? ਕਿ ਅਕਾਲੀ ਦਲ ਦੀ ਲੀਡਰਸ਼ਿਪ ਜੋ ਪਿਛਲੇ ਸਮੇਂ 'ਚ ਬੱਜਰ ਗਲਤੀਆਂ ਹੋਈਆਂ, ਉਹਨਾਂ ਗਲਤੀਆਂ ਦੇ ਇਕੱਲਾ ਪਛਤਾਤਾਪ ਦੇ ਨਾਲ ਗੱਲ ਬਣਦੀ ਹੈ, ਜਾਂ ਲੀਡਰਸ਼ਿਪ ਜਿਹੜੀ ਉਹਦੇ ਲਈ ਜ਼ਿੰਮੇਵਾਰ ਹੈ ਉਹਨੂੰ ਲਾਂਭੇ ਕੀਤਾ ਜਾਏਗਾ? ਜਿੱਥੇ ਤੱਕ ਸਵਾਲ ਹੈ ਐਸਜੀਪੀਸੀ ਦੇ ਜਨਰਲ ਹਾਊਸ ਦਾ, ਜਥੇਦਾਰ ਸਾਹਿਬ ਵੀ ਉਹਦੇ 'ਚ ਸ਼ਾਮਿਲ ਹੋਣਗੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੋਈ ਲੈਣਗੇ ਵੱਡੇ ਫੈਸਲੇ, ਜਾਂ ਰਵਾਇਤੀ ਐਲਾਨ ਜਾਂ ਸੁਨੇਹਾ ਬਣ ਕੇ ਰਹਿ ਜਾਏਗਾ ਜੋ ਦੀਵਾਲੀ ਦੇ ਮੌਕੇ ਤੇ ਦਿੱਤਾ ਗਿਆ? ਬਹੁਤ ਬਹੁਤ ਧੰਨਵਾਦ ਆਪਣੇ ਮਹਿਮਾਨਾਂ ਦਾ, ਤੇ ਇਸ ਦੇ ਨਾਲ ਹੀ ਆਪਾਂ ਦਰਸ਼ਕਾਂ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।